ਸਵਈਆ ਸੰਗਰ ਸਰੋਰਨ ਸੁਨੇ ਸਭ ਬੈਨ ਭਈ ਮਨ ਚੈਨ ਸੁਮੇਰ ਸੁਧਾਇਓ ਆਇਓ ਸੰਭਾਲ ਕਾ ਸਿੱਧ ਤਵੈ ਗੁਰ ਕੀਟ ਗਵੈਠ ਕੇ ਵਾਕ ਅਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਜੀ ਸੰਸਾਰ ਨੂੰ ਤਾਰਦੇ ਹੋਏ, ਰੋਗਾਂ ਨੂੰ ਦੂਰ ਕਰਦੇ ਹੋਏ ਔਰ ਗਲਤ ਮਾਰਗ ਦੇ ਉੱਤੇ ਪਏ ਹੋਏ ਲੋਕਾਂ ਨੂੰ ਸਮਝਾਉਂਦੇ ਹੋਏ ਅੱਗੇ ਜਾ ਰਹੇ ਨੇ। ਸਿੱਧਾਂ ਦੇ ਪਾਸ ਪਹੁੰਚ ਗਏ ਨੇ। ਬਹੁਤ ਸਾਰੇ ਸਿੱਧ ਚੱਲ ਕੇ ਆਏ ਨੇ, ਗੋਰਖ ਆਦਿਕ, ਲੋਹਾਰੀ ਪਾਦਕ। ਸੋ ਇਸ ਤਰ੍ਹਾਂ ਮਸ਼ਿੰਦਰ, ਚਰਪੜਨਾਥ, ਬਹੁਤ ਸਾਰੇ ਸਿੱਧ ਆਏ ਨੇ। ਹਰੇਕ ਨੂੰ ਨਿਰੁੱਤਰ ਕੀਤਾ ਹੈ। ਸਤਿਗੁਰੂ ਜੀ ਹੌਲੀ ਹੌਲੀ ਪਹਾੜ ਦੇ ਉੱਪਰ ਨੂੰ ਚੜ੍ਹਦੇ ਜਾ ਰਹੇ ਨੇ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਪਹਾੜ ਦੇ ਸਿਖਰ ਤੇ ਚੱਲੀਏ ਜੇ, ਜਿਸ ਤਰ੍ਹਾਂ ਆਪ ਜਾਂਦੇ ਹੁੰਦੇ ਹੋ ਨੇਤਰ ਬੰਦ ਕਰਕੇ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਮਰਦਾਨਾ, ਇਹ ਇਕੱਲੇ ਇਕੱਲੇ ਨੂੰ ਸੋਝੀ ਪਾਉਂਦੇ ਚੱਲਦੇ ਆ, ਹੌਲੀ ਹੌਲੀ ਪਹੁੰਚਦੇ ਹਾਂ ਆਪਾਂ ਉੱਥੇ। ਸੋ ਇਸ ਤਰ੍ਹਾਂ ਇਕੱਲਾ ਇਕੱਲਾ ਸਿੱਧ ਆ ਕੇ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਦਾ ਤੇ ਹਾਰ ਜਾਂਦਾ, ਚਰਨੀ ਪੈ ਜਾਂਦਾ, ਫਿਰ ਵਾਪਸ ਮੁੜ ਜਾਂਦਾ, ਫਿਰ ਹੋਰ ਆਉਂਦਾ। ਇਸ ਤਰ੍ਹਾਂ ਮੁੱਖ 20-25 ਸਿੱਧ ਭੇਜੇ ਨੇ ਗੋਰਖ ਨੇ। ਅਸਲ ਵਿੱਚ ਗੋਰਖ ਦੀ ਵੀ ਇੱਕ ਇੱਛਾ ਸੀ ਕਿ ਹੰਕਾਰ ਬਹੁਤ ਵੱਧ ਗਿਆ ਸੀ ਸਿੱਧਾਂ ਦੇ ਅੰਦਰ, ਵੀ ਗੁਰੂ ਨਾਨਕ ਦੇਵ ਜੀ ਕੋਲ ਭੇਜਾਂ ਇਹਨਾਂ ਨੂੰ ਤੇ ਹੰਕਾਰ ਨਿਵਰਤ ਹੋਵੇ ਇਹਨਾਂ ਦਾ। ਵਾਰੀ ਵਾਰੀ ਸਿੱਧ ਆਏ ਨੇ। ਕੱਲ ਸ਼੍ਰਵਣ ਕੀਤਾ ਸੀ ਆਪਾਂ ਨੇ ਸਿੱਧ ਝੰਗਰ ਨਾਥ, ਇਹਨਾਂ ਦਾ ਨਾਮ। ਫਿਰ ਹੁਣ ਜੋ ਅੱਜ ਆ ਰਿਹਾ ਉਹ ਸਿੱਧ ਵੀ ਕਾਫੀ ਤਕੜਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਅੱਗੇ ਸੁਣਾ ਰਹੇ ਨੇ ਪ੍ਰਸੰਗ। ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸਵਈਆ ਸੰਗਰ ਸਰੋਨਨ ਸੁਨੇ ਸਭ ਬੈਨ ਭਈ ਮਨ ਚੈਨ ਸਮੇਰ ਸਦਾਇਓ। ਇਹ ਸਿੱਧ ਦਾ ਨਾਮ ਹੈ ਸੰਗਰ। ਸੰਗਰਨਾਥ ਨੇ ਜਦੋਂ ਕੰਨਾਂ ਦੇ ਵਿੱਚ ਮਹਾਰਾਜ ਦੇ ਬਚਨ ਸੁਣੇ ਤਾਂ ਫਿਰ ਉਹਨੂੰ ਮਨ ਨੂੰ ਚੈਨ ਆ ਗਿਆ, ਕਿਉਂਕਿ ਇਹਨੇ ਕੁਝ ਪ੍ਰਸ਼ਨ ਕੀਤੇ ਸੀ। ਉਹਨਾਂ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਨੇ ਜਦੋਂ ਦਿੱਤੇ, ਇਹਨੂੰ ਸ਼ਾਂਤੀ ਆਈ। ਇਹ ਫਿਰ ਉੱਥੋਂ ਚੱਲ ਕੇ ਵਾਪਸ ਸੁਮੇਰ ਪਰਬਤ ਦੇ ਉੱਤੇ ਆ ਗਿਆ। ਆਇਓ ਸੰਭਾਲ ਕਾ ਸਿੱਧ ਤਵੈ ਗੁਰ ਕੀਟ ਗਵੈਠ ਕੇ ਵਾਕ ਅਲਾਇਓ। ਇਹ ਅਗਲੇ ਸਿੱਧ ਦਾ ਨਾਮ ਹੈ ਸੰਭਾਲਕਾ ਨਾਥ। ਇਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬੈਠਾ ਹੈ, ਇਹਨੇ ਆ ਕੇ ਬਚਨ ਕੀਤੇ ਹਨ। ਕਈਓ ਵਿਵਹਾਰ ਤਜੋ ਜਗ ਕੋ ਤੁਮ ਕੈਸੇ ਉਦਾਸੀ ਵਿਖੈ ਮਨ ਲਾਇਓ। ਇਹ ਆ ਕੇ ਮਹਾਰਾਜ ਨੂੰ ਕਹਿਣ ਲੱਗਿਆ, ਤੁਸੀਂ ਇਹ ਜਿਹੜੇ ਜਗ ਦੇ ਵਿਵਹਾਰ ਨੇ, ਕੰਮਕਾਰ ਨੇ, ਉਹ ਛੱਡ ਕੇ ਕਿਉਂ ਉਦਾਸੀ ਵਾਲੇ ਪਾਸੇ ਆਪਣਾ ਚਿੱਤ ਲਾ ਲਿਆ ਹੈ। ਹੋਤ ਨ ਪੂਰਨ ਕਾਜ ਤਵੈ ਬਿਨ ਜੋਗ ਕਰੇ ਜੋ ਚਹੋ ਉਰ ਪਾਇਓ। ਕਿਉਂਕਿ ਹੋਤ ਨਾ ਪੂਰਨ ਕਾਜ ਕਬੈ ਬਿਨ ਜੋਗ ਕਰੇ ਜੋ ਚਾਹੋ ਔਰ ਪਾਇਓ। ਹੁੰਦਾ ਨਹੀਂ ਕੋਈ ਕਾਜ ਪੂਰਾ ਬਿਨਾਂ ਜੋਗ ਤੋਂ। ਇਸ ਕਰਕੇ ਜੋ ਚਾਹੀਏ ਉਹ ਪ੍ਰਾਪਤ ਕਰ ਲਈਏ ਜੋਗ ਦੇ ਨਾਲ। ਦੋਹਰਾ ਸੁਨ ਬੋਲੇ ਪੰਕਜ ਬਦਨ ਜਿਹੇ ਅਲੰਬ ਹੈ ਜੋਗ। ਇੱਥੋਂ ਤੱਕ ਤਾਂ ਸਿੱਧ ਦੇ ਬਚਨ ਸਨ ਕਿ ਜੋਗ ਨਾਲ ਸਭ ਕੁਝ ਪ੍ਰਾਪਤ ਕਰ ਲਈਦਾ ਹੈ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਸੁੰਦਰ, ਜੇ ਅਲੰਬ ਹੈ ਜੋਗ।
ਜੋਗ ਦਾ ਜਿਹੜਾ ਆਸਰਾ ਹੈ, ਸੋ ਨੀਕੀ ਬਿਦ ਸੋ ਗਹਿਓ ਕਬਹਿ ਨ ਕਰੋ ਵਿਯੋਗ। ਜੋਗ ਦਾ ਜੋ ਆਸਰਾ ਹੈ ਨਾ, ਮੈਂ ਉਹ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਹੈ। ਮਹਾਰਾਜ ਕਹਿੰਦੇ ਮੈਂ ਉਹਦਾ ਕਦੇ ਵੀ ਤਿਆਗ ਨਹੀਂ ਕਰਦਾ ਹਾਂ। ਜਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਿਵ ਏਕ। ਕਿਉਂਕਿ ਜਗ ਦੇ ਵਿਵਹਾਰ ਜਿਹੜੇ ਕਰਨੇ ਨੇ ਉਹਦੇ ਵਿੱਚ ਮੈਂ ਉਦਾਸੀਨ ਬਿਰਤੀ ਰੱਖਦਾ ਹਾਂ ਅਤੇ ਨਾਮ ਦੇ ਵਿੱਚ ਬਿਰਤੀ ਜੋੜ ਕੇ ਜਗ ਦੇ ਵਿਵਹਾਰ ਵੀ ਕਰਦਾ ਹਾਂ। ਤੁਹਾਡੇ ਵਾਂਗੂ ਨਹੀਂ ਕਿ ਜਗ ਦੇ ਕੰਮਾਂ ਨੂੰ ਛੱਡ ਕੇ ਡਰਦੇ ਪਹਾੜਾਂ 'ਚ ਦੌੜ ਆਏ ਬਈ ਇੱਥੇ ਬਹਿ ਕੇ ਅਸੀਂ ਯੋਗ ਕਮਾਈਏ। ਮਹਾਰਾਜ ਕਹਿੰਦੇ ਨੇ ਘਰ ਵਿੱਚ ਰਹਿ ਕੇ ਵੀ ਯੋਗ ਕਮਾਇਆ ਜਾ ਸਕਦਾ। ਜੋ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਇਹੀ ਦਿੱਤਾ, ਯੋਗ ਘਰੇ ਰਹਿ ਕੇ ਕਮਾਉਣਾ। ਇਹ ਆਪਾਂ ਨੂੰ ਜੋ ਬਖਸ਼ਿਸ਼ ਕੀਤੀ ਸੀ, ਆਪਾਂ ਉਸ ਗੱਲ ਨੂੰ ਨਹੀਂ ਸੰਭਾਲਿਆ। ਗੁਰਸਿੱਖਾਂ ਨੂੰ ਸਤਿਗੁਰੂ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖਾਂ ਨੂੰ ਯੋਗ ਦੀ ਬਖਸ਼ਿਸ਼ ਕੀਤੀ ਸੀ। ਜਿਵੇਂ ਕੋਈ ਲੜਕਾ ਸੀ 18-20 ਸਾਲ ਦਾ, ਜੋਗੀਆਂ ਦੇ ਨਾਲ ਰਲ ਗਿਆ ਸੀ। ਉਹ ਘਰਦਿਆਂ ਨੇ ਕਿਸੇ ਮਹਾਤਮਾ ਨੂੰ ਕਿਹਾ ਕਿ ਜੋਗੀਆਂ ਦੇ ਨਾਲ ਰਲ ਚੱਲਿਆ, ਇਹ ਰੋਕੋ ਇਹਨੂੰ। ਜਦੋਂ ਇੱਕ ਵਾਰ ਉਹ ਜੋਗੀਆਂ ਦੀ ਮੰਡਲੀ ਨਾਲ ਪਿੰਡ ਵਿੱਚ ਵਾਪਸ ਆਇਆ, ਉੱਥੇ ਬੜੇ ਅੱਛੇ ਮਹਾਂਪੁਰਸ਼ ਪਿੰਡ ਵਿੱਚ ਹੀ ਰਹਿੰਦੇ ਸਨ, ਬ੍ਰਹਮ ਗਿਆਨੀ, ਅੱਛੀ ਬਿਰਤੀ ਦੇ ਮਾਲਕ। ਉਹਨਾਂ ਨੇ ਉਸ ਲੜਕੇ ਨੂੰ ਪੁੱਛ ਕੇ ਬੁਲਾ ਕੇ ਪੁੱਛਿਆ ਕਿ ਘਰ-ਬਾਰ ਛੱਡਿਆ ਹੈ ਕਾਹਦੇ ਲਈ? ਕਹਿੰਦਾ ਯੋਗ ਕਰਨਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਮਹਾਤਮਾ ਕਹਿਣ ਲੱਗੇ ਉੱਥੇ ਫਿਰ ਜੰਗਲਾਂ ਵਿੱਚ ਕਿੱਥੇ ਰਹਿੰਦੇ ਹੋ? ਕਹਿੰਦੇ ਜੀ ਬਸ ਝੌਂਪੜੀਆਂ ਜਿਹੀਆਂ ਬਣਾਈਆਂ ਹੋਈਆਂ। ਰੋਟੀ ਕਿਵੇਂ ਖਾਂਦੇ ਹੋ? ਕਹਿੰਦੇ ਜੀ ਮੰਗ ਕੇ ਖਾ ਲੈਂਦੇ ਆ। ਮਹਾਤਮਾ ਕਹਿਣ ਲੱਗੇ ਜਦੋਂ ਤੁਸੀਂ ਰੋਟੀ ਮੰਗ ਕੇ ਖਾਂਦੇ ਹੋ, ਕੀ ਪਤਾ ਕਿਹੜੇ ਘਰ ਦੀ ਕਿਹੋ ਜਿਹੀ ਰੋਟੀ ਹੁੰਦੀ ਹੈ, ਉਹਦੇ ਨਾਲ ਮਨ ਤਾਂ ਟਿਕਣਾ ਹੀ ਨਹੀਂ ਤੁਹਾਡਾ। ਤੁਹਾਨੂੰ ਚਾਹੀਦਾ ਸੀ ਤੁਸੀਂ ਗ੍ਰਸਥ ਮਾਰਗ ਵਿੱਚ ਰਹਿ ਕੇ ਹੀ ਯੋਗ ਕਮਾ ਲੈਂਦੇ, ਭਗਤੀ ਕਰਨੀ। ਮੈਂ ਕਹਿੰਦੇ ਇਹ ਸਲਾਹ ਦੇਵਾਂਗਾ, ਲੋਕਾਂ ਦੀ ਰੋਟੀ ਨਾ ਖਾਓ। ਤੂੰ ਘਰ ਆ ਜਾ, ਘਰ ਥੋੜ੍ਹਾ ਬਹੁਤ ਕੰਮਕਾਰ ਕਰਿਆ ਕਰ। ਘਰ ਦੇ ਤੈਨੂੰ ਕੋਈ ਦੁਕਾਨ ਖੋਲ੍ਹ ਦਿੰਦੇ ਨੇ। ਦੁਕਾਨਦਾਰ ਦੁਕਾਨ ਨੂੰ 12 ਤੋਂ ਲੈ ਕੇ 15 ਘੰਟੇ ਤੱਕ ਖੋਲ੍ਹਦਾ ਅਤੇ ਬਹੁਤ ਪੈਸਾ ਕਮਾਉਂਦਾ। ਤੂੰ ਦੁਕਾਨ ਦੇ ਉੱਤੇ ਜੋਗੀ ਬਣ ਕੇ ਬੇਸ਼ੱਕ ਬੈਠ, ਯੋਗ ਕਮਾ। ਤੇਰੀ ਰੋਟੀ ਦਾ ਗੁਜ਼ਾਰਾ ਜੇ ਤੂੰ 4 ਘੰਟੇ ਦੁਕਾਨ ਖੋਲ੍ਹੇ ਹੋ ਸਕਦਾ। ਰੋਟੀ ਤਾਂ ਖਾਓ ਘਰ ਦੀ ਹੋਈ। ਬਾਹਰਲੀ ਰੋਟੀ ਮੰਗ ਕੇ ਖਾਣ ਨਾਲ ਕਮਾਈ ਵੀ ਲੋਕ ਲੈ ਜਾਂਦੇ ਨੇ ਅਤੇ ਰੋਟੀ ਵੀ ਚੰਗੀ ਨਹੀਂ ਹੁੰਦੀ ਹੈ, ਨਾਲੇ ਘਰਾਂ 'ਚ ਮੰਗਣ ਜਾਣਾ ਪੈਂਦਾ। ਸੋ ਉਹ ਲੜਕਾ ਮੰਨ ਗਿਆ। ਉਹਨੇ ਸਾਥ ਛੱਡ ਦਿੱਤਾ ਅਤੇ ਘਰੇ ਦੁਕਾਨ ਖੋਲ੍ਹ ਲਈ। 4 ਘੰਟੇ ਦੁਕਾਨ 'ਤੇ ਬੈਠੇ, ਬਾਕੀ 20 ਘੰਟੇ ਯੋਗ ਵੱਲ ਧਿਆਨ ਦਿੰਦਾ। ਪਰ ਮਾਇਆ ਐਸੀ ਚੀਜ਼ ਹੈ, ਹੌਲੀ ਹੌਲੀ ਉਹਨੇ 5-6 ਘੰਟੇ ਦੁਕਾਨ ਖੋਲ੍ਹੀ, ਫਿਰ 8 ਘੰਟੇ, ਉਹ ਵੀ 15 ਘੰਟੇ 'ਤੇ ਚਲਿਆ ਗਿਆ। ਲੋੜਾਂ ਵੱਧ ਜਾਂਦੀਆਂ ਨੇ। ਉਹ ਮਹਾਤਮਾ ਸਾਲ ਬਾਅਦ ਫੇਰ ਆਏ, ਕਹਿਣ ਲੱਗੇ ਕਿਵੇਂ ਹੈ ਯੋਗ? ਕਹਿੰਦੇ ਜੀ ਯੋਗ ਤਾਂ ਹੈ ਹੀ ਨਹੀਂ, ਬਸ ਆਹੀ ਹੈ, ਕੰਮਕਾਰ ਹੀ ਕਰੀ ਜਾਂਦੇ ਆ। ਸੋ ਮਹਾਤਮਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਇਹੀ ਬਖਸ਼ਿਸ਼ ਕੀਤੀ ਸੀ ਕਿ 4-5 ਘੰਟੇ ਰੋਟੀ ਖਾਣ ਜੋਗਾ ਕੰਮ ਕਰਕੇ ਬਾਕੀ ਸਮੇਂ ਬੰਦੇ ਨੂੰ ਭਗਤੀ ਕਰਨੀ ਚਾਹੀਦੀ। ਗ੍ਰਸਥ ਮਾਰਗ ਆਪਾਂ ਨੂੰ ਦਿੱਤਾ ਸੀਗਾ ਰਾਜ ਤੇ ਯੋਗ। ਸੋ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਦਿੱਤਾ ਤਾਂ ਰਾਜ ਯੋਗ ਹੀ ਸੀ, ਸਾਰਿਆਂ ਗੁਰਸਿੱਖਾਂ ਨੂੰ। ਪਰ ਆਪਾਂ ਨੇ ਕੀ ਕੀਤਾ? ਯੋਗ ਛੱਡ ਦਿੱਤਾ, ਇਕੱਲਾ ਰਾਜ ਹੀ ਸ਼ੁਰੂ ਕਰ ਦਿੱਤਾ। ਸਿਰਫ ਤੇ ਸਿਰਫ ਇੱਕ ਰਾਤ ਦਿਨ ਜਾਪ ਮਾਇਆ ਦਾ ਹੁੰਦਾ, ਹਿਰਦੇ ਅੰਦਰ ਵੀ ਵਸੀ ਹੋਈ ਹੈ। ਇੱਕ ਜਿੱਥੇ ਪੁਰਾਣੀ ਦੌੜ ਹੁੰਦੀ ਸੀ ਗੁਰਸਿੱਖਾਂ ਦੀ ਕਿ ਮੈਂ ਜੇ ਦੂਜਾ ਇੰਨੇ ਪਾਠ ਕਰਦਾ ਮੈਂ ਜ਼ਿਆਦਾ ਕਰਾਂ, ਇਹ ਅੰਮ੍ਰਿਤ ਵੇਲੇ 3 ਵਜੇ ਉੱਠਦਾ ਮੈਂ 2 ਵਜੇ ਉੱਠਾਂ, ਇਹਦੀ ਅਵਸਥਾ ਵੈਖਰੀ ਆ, ਮੇਰੀ ਮੱਧਮਾ ਹੋਣੀ ਚਾਹੀਦੀ ਹੈ। ਗੁਰਸਿੱਖਾਂ ਦੇ ਅੰਦਰ ਇਹ ਦੌੜ ਪਹਿਲਾਂ ਹੁੰਦੀ ਸੀ। ਇਹ ਜੇ 5 ਬਾਣੀਆਂ ਪੜ੍ਹਦਾ ਜਾਂ
5 ਗ੍ਰੰਥੀ ਕਰਦਾ, ਮੈਂ ਨਾਲ 10 ਗ੍ਰੰਥੀ ਵੀ ਸਾਰੀ ਕਰਾਂ। ਇਹ ਦੌੜ ਤਾਂ ਹਟ ਗਈ। ਹੁਣ ਦੌੜ ਕਿਹੜੀ ਰਹਿ ਗਈ ਬਈ ਮੈਂ ਇਹਦੇ ਨਾਲੋਂ ਜ਼ਿਆਦਾ ਵੱਡਾ ਘਰ ਬਣਾਵਾਂ, ਜ਼ਿਆਦਾ ਗੱਡੀਆਂ ਲੈ ਲਵਾਂ, ਜ਼ਿਆਦਾ ਪਦਾਰਥ, ਜ਼ਿਆਦਾ ਪੈਸਾ, ਜ਼ਿਆਦਾ। ਇਹ ਜਿਹੜਾ ਸੀ ਫਿਰ ਗੁਰਸਿੱਖਾਂ ਨੇ ਰਾਜ ਸਿਰਫ ਇੱਕੋ ਹੀ ਗੱਲ ਰੱਖ ਲਈ। ਜੋ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸੀ ਗ੍ਰਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਭਗਤੀ ਕਰਨੀ ਸੀ, ਉਹ ਸਾਰਿਆਂ ਨੇ ਹੀ ਛੱਡ ਦਿੱਤੀ। ਕਿਉਂਕਿ ਆਹ ਕੰਮ ਲੱਗਦਾ ਬੰਦੇ ਨੂੰ ਸੌਖਾ ਤੇ ਭਗਤੀ ਕਰਨੀ ਔਖੀ ਲੱਗਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਸੀ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਮਾਇਆ ਦੇ ਵਿੱਚ ਰਹਿ ਕੇ ਹੀ ਉਦਾਸੀਨ ਨਿਰਲੇਪ ਰਹਿ ਕੇ ਰੋਟੀ ਜੋਗਰੇ ਪੈਸੇ ਕਮਾ ਕੇ ਕੱਪੜਾ ਲੀੜਾ ਜਿਹਨਾਂ ਸਰ ਸੁਰ ਜਾ ਮਾੜਾ ਮੋਟਾ ਉਹਨੇ ਕੁ ਕਰਕੇ ਆਪਾਂ ਕੋਈ ਦੁਨੀਆ ਅੰਦਰ ਦੌੜ ਨਹੀਂ ਸੀ ਲਾਉਣੀ, ਦਿਖਾਵਾ ਨਹੀਂ ਸੀ ਕਰਨਾ ਤੇ ਮੈਂ ਦੂਜੇ ਤੋਂ ਅੱਗੇ ਲੰਘਣਾ। ਇੱਕ ਤਾਂ ਇਹ ਦੂਜੇ ਤੋਂ ਅੱਗੇ ਲੰਘਣ 'ਚ ਹੰਕਾਰ ਬਣ ਜਾਂਦਾ ਮਨ 'ਚ ਕਿ ਉਹਦੇ ਨਾਲੋਂ ਤਾਂ ਮੈਂ ਵੱਡਾ, ਫਲਾਣੇ ਤੋਂ ਵੱਡਾ। ਵੱਡੇ ਤਾਂ ਹੋਈਏ ਜੇ ਇੱਥੇ ਪੱਕੇ ਰਹਿਣਾ ਹੋਵੇ। 50-60 ਸਾਲ ਦੀ ਤਾਂ ਉਮਰ ਆ ਕਲਯੁਗ 'ਚ, 70-80 ਸਾਲ ਹੋਵੇ, ਛੱਡ ਕੇ ਦੁਨੀਆ ਚਲੇ ਜਾਣਾ। ਮਹਾਰਾਜ ਕਹਿੰਦੇ ਫਿਰ ਕਾਹਦਾ ਯੋਗ ਹੈ ਇਹ। ਸੋ ਗੁਰਸਿੱਖ ਜੋਗੀ ਆਪਣੀ ਜ਼ਿੰਦਗੀ 'ਚ ਜਿਉਂਦੇ ਜੀ ਜੇ ਬ੍ਰਹਮ ਗਿਆਨ ਨਾ ਪ੍ਰਾਪਤ ਕਰ ਸਕਿਆ, ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਸਕਿਆ, ਝੂਠੀਆਂ ਵਡਿਆਈਆਂ 'ਚ ਹੀ ਫਸਿਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਕਹੇ ਜਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਿਵ ਏਕ। ਭਾਈ ਮੈਂ ਤਾਂ ਜੱਗ ਦੇ ਵਿਵਹਾਰ ਵੀ ਕਰੀ ਜਾਂਦਾ, ਬਾਹਰੋਂ ਮਨ ਕਰਕੇ ਬਿਰਤੀ ਉਹਦੇ 'ਚ ਉਦਾਸ ਰੱਖਦਾ ਹਾਂ, ਵਿਰਾਗ ਵਿੱਚ, ਤੇ ਇੱਕ ਨਾਮ ਦੇ ਵਿੱਚ ਲਿਵ ਲਾਉਂਦਾ ਹਾਂ। ਸਰਬ ਕਾਜ ਪੂਰਨ ਕਰਤਾ ਜਿਸ ਤੈ ਹੋਤ ਵਿਵੇਕਾ। ਸਾਰੇ ਕੰਮ ਵੀ ਪੂਰੇ ਕਰਦਾ ਹਾਂ, ਨਾਮ ਵੀ ਜਪਦਾ ਹਾਂ, ਉਦਾਸ ਵੀ ਰਹਿੰਦਾ ਹਾਂ, ਜਿਹਦੇ ਨਾਲ ਮੈਨੂੰ ਵਿਵੇਕ ਮਿਲਦਾ, ਗਿਆਨ ਮਿਲਦਾ ਹੈ। ਸੋਰਠਾ ਸੁਨ ਸੰਭਾਲ ਕਾ ਸਾਰ ਗਮਨਿਆ ਸਿਖਰ ਸਮੇਰ ਪੈ। ਹੁਣ ਸੰਭਾਲਕਾ ਨਾਥ ਨੇ ਜਦੋਂ ਮਹਾਰਾਜ ਤੋਂ ਗਿਆਨ ਸੁਣਿਆ, ਇਹ ਵੀ ਵਾਪਸ ਸੁਮੇਰ ਪਰਬਤ ਤੇ ਚਲਿਆ ਗਿਆ। ਕੀਨ ਬਰਤੰਤ ਉਚਾਰ ਧਿਆਇਓ ਭਇਓ ਪੂਰਨ ਅਵੈ। ਜਦੋਂ ਬਿਰਤੰਤ ਉਚਾਰਨ ਕੀਤਾ ਸਾਰਾ ਜਾ ਕੇ ਗੋਰਖ ਦੇ ਕੋਲੇ ਨੇ, ਫੇਰ ਜਾ ਕੇ ਉਹਨਾਂ ਨੇ ਹੁਣ ਹੋਰ ਬੰਦਾ ਭੇਜਣਾ ਹੀ ਸੀਗਾ। ਇਸ ਕਰਕੇ ਇਹ ਕਵੀ ਜੀ ਕਹਿੰਦੇ 61 ਧਿਆ 55 ਪੌੜੀਆਂ ਦਾ ਪੂਰਾ ਕਰਕੇ ਅੱਗੇ 62ਵਾਂ ਧਿਆ ਪ੍ਰਾਰੰਭ ਕਰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੰਗਲ ਕਰਕੇ। ਕਵਿਤਾ ਬੰਦਤ ਗੋਬਿੰਦ ਸਿੰਘ ਪਦ ਅਰ ਬਿੰਦ ਦੁਖ ਦੁੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ। ਕਹਿੰਦੇ ਦਵੰਦ ਦੁੱਖਾਂ ਦੇ ਦੂਰ ਕਰਨ ਹਾਰੇ, ਜਿੰਨੇ ਵੀ ਦੋਖ ਨੇ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮੁਕਤੀ ਦੇ ਦਾਤੇ ਨੇ। ਉਹਨਾਂ ਦੇ ਚਰਨਾਂ ਕਮਲਾਂ ਪਰ ਮੈਂ ਬਾਰ-ਬਾਰ ਮੱਥਾ ਟੇਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ, ਕਿਉਂਕਿ ਉਹਨਾਂ ਨੇ ਸਾਡੇ ਜਿੰਨੇ ਦੁੱਖ ਕੱਟੇ ਨੇ, ਜਿੰਨੀ ਵੱਡੀ ਬਹੁਤ ਕੁਝ ਦਿੱਤਾ ਮਹਾਰਾਜ ਨੇ, ਜਿੰਨਾ ਕੁਝ 10ਵੇਂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, 10 ਸਰੂਪਾਂ ਨੇ ਜੋ ਵੀ ਦਿੱਤਾ ਹੈ, ਹਾਲੇ ਆਪਣੀ ਸਮਝ ਨਹੀਂ ਲੱਗਿਆ। ਉਹ ਹਾਲੇ ਵੀ ਇਹਨੂੰ ਸਮਝਦਿਆਂ ਕਾਫੀ ਸਮਾਂ ਲੰਘ ਜਾਣਾ। ਸਮਝਦਿਆਂ ਜਦੋਂ ਸਮਝ ਲੱਗ ਗਈ, ਫਿਰ ਸਾਰੇ ਜਾਣੇ ਹੀ ਗੁਰਸਿੱਖ ਅੰਮ੍ਰਿਤ ਛਕ ਲੈਣਗੇ, ਗੁਰੂ ਵਾਲੇ ਬਣ ਜਾਣਗੇ। ਜਦੋਂ ਤੱਕ ਨਹੀਂ ਸਮਝ ਹੈ ਉਦੋਂ ਤੱਕ ਉਹ ਸਿੱਖੀ ਤੋਂ ਸਾਰੇ ਪਰੇ ਜਾ ਰਹੇ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨਾਲੋਂ ਵੱਡੇ ਨੇ, ਸਭ ਤੋਂ ਵੱਡੇ ਸਿਧਾਂਤ ਨੇ ਉਹਨਾਂ ਦੇ। ਜੋ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਨੇ, ਸਾਡੀ ਤੁੱਛ ਜੀ ਬੁੱਧੀ ਉਸ ਬਖਸ਼ਿਸ਼ਾਂ ਨੂੰ ਸਮਝ ਨਹੀਂ ਸਕਦੀ, ਪਰ ਵਾਹਿਗੁਰੂ ਮਿਹਰ ਕਰੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਪਤਾ ਲੱਗ ਜੇ। ਜੋ ਗੁਰਾਂ ਨੇ ਵਿਸਾਖੀ ਵਾਲੇ ਦਿਨ 5 ਪਿਆਰਿਆਂ ਦੇ ਸੀਸ ਜੁਦਾ ਕਰਕੇ ਧੜ ਤੋਂ ਫਿਰ ਅੰਮ੍ਰਿਤ ਤਿਆਰ ਕਰਕੇ ਛਿੱਟਾ ਦੇ ਕੇ ਸੁਰਜੀਤ ਕੀਤੇ ਸਨ, ਫਿਰ ਉਹਨਾਂ 5 ਤੋਂ ਆਪ ਪਹਿਲਾਂ ਛਕਾ ਕੇ ਅੰਮ੍ਰਿਤ ਫਿਰ ਆਪ ਛਕਣਾ, ਪਰਿਵਾਰ ਨੂੰ ਛਕਾਉਣਾ, ਗੁਰਸਿੱਖਾਂ ਨੂੰ ਛਕਾਉਣਾ, ਬਖਸ਼ਿਸ਼ਾਂ ਕਰਨੀਆਂ।
ਬਿਲਕੁਲ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਕੀਤਾ। ਵਾਹਿਗੁਰੂ ਜੀ ਨੇ ਸਾਰਾ ਕੁਝ ਕਿਹਾ ਸੀ ਕਿ ਦੁਨੀਆ ਦਾ ਭਲਾ ਕਰਨ ਵਾਸਤੇ, ਲੋਕਾਂ ਨੂੰ ਸੱਚਖੰਡ ਲਿਆਉਣ ਲਈ, ਜਨਮ ਮਰਨ ਕੱਟਣ ਲਈ, ਮੁਕਤੀ ਦੇਣ ਲਈ, ਸੋ ਆਪਾਂ ਸਾਰਾ ਕਰਮ ਕਰਨਾ। ਉਹ ਸਾਰਾ ਪਲੈਨਿੰਗ ਬਣੀ ਪੂਰੀ। 10ਵੇਂ ਪਾਤਸ਼ਾਹ ਮਹਾਰਾਜ ਜੀ 11 ਮਹੀਨੇ ਤੱਕ ਇਕਾਂਤ ਬੈਠੇ ਰਹੇ ਸਨ। ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਲਗੀਧਰ ਚਮਤਕਾਰ ਦੇ ਵਿੱਚ। 11 ਮਹੀਨੇ ਤੱਕ ਇਕਾਂਤ ਵਿੱਚ ਖਾਲਸੇ ਦੀ ਬਣਤਰ ਹੀ ਬਣਦੀ ਰਹੀ। ਕੀ ਹੋਣਾ ਚਾਹੀਦਾ, ਕਿਹੜੀ ਚੀਜ਼ ਹੈ ਇੱਕ ਸੰਪੂਰਨ ਮਨੁੱਖ ਬਣਾਉਣ ਲਈ ਬੰਦੇ ਨੂੰ। ਸੋ ਇਸ ਤਰ੍ਹਾਂ ਸੰਪੂਰਨ ਮਨੁੱਖ ਬਣਾਉਣ ਲਈ ਉਹਨਾਂ ਨੇ ਬਹੁਤ ਕੁਝ ਬਖਸ਼ਿਸ਼ ਕੀਤਾ। ਇਹ ਸਾਰਾ ਕੁਝ ਲੋਕੀ ਕਹਿੰਦੇ ਸਾਇੰਸ ਅੱਗੇ ਲੰਘ ਗਈ। ਸਾਇੰਸ ਤਾਂ ਹਲੇ ਬਹੁਤ ਪਿੱਛੇ ਹੈ। ਸਾਇੰਸ ਤਾਂ ਹਲੇ ਕਾਫੀ ਦੇਰ ਬਾਅਦ ਅੱਗੇ ਆਊਗੀ, ਉਹਨੂੰ ਪਤਾ ਲੱਗੂ ਹੌਲੀ ਹੌਲੀ ਵੀ ਇਹ ਕੀ ਚੀਜ਼, ਕੜਾ ਕੀ ਆ, ਕਿਉਂ ਪਾਇਆ ਮਨੁੱਖ ਦੇ ਸਰੀਰ ਤੇ ਕੜਾ, ਕੰਘਾ ਕਿਉਂ ਹੈ, ਕੇਸ ਕਿਉਂ ਨੇ, ਕਿਉਂ ਕਛਹਿਰਾ ਬਖਸ਼ਿਆ, ਕਿਉਂ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਹੈ, 5 ਬਾਣੀਆਂ ਦਾ ਨਿਤਨੇਮ, ਰਹਿ ਰਾਸ ਕੀਰਤਨ ਸੋਹਿਲਾ, ਫਿਰ ਸਾਨੂੰ ਬੇਅੰਤ ਬਾਣੀਆਂ ਜੋ ਬਖਸ਼ਿਸ਼ ਕੀਤੀਆਂ ਨੇ ਮਹਾਰਾਜ ਜੀ ਨੇ, ਜਿੰਨੀ ਦਾਤ ਦਿੱਤੀ ਹੈ। ਸੋ ਮੈਂ ਇਹ ਗੱਲ ਕਾਫੀ ਦੇਰ ਤੋਂ ਵਿਚਾਰਦਿਆਂ ਮੇਰੇ ਮਨ 'ਚ ਆਈ ਇਹ ਗੱਲ ਕਿ ਅਸਲ ਵਿੱਚ ਸਾਡਾ ਜਿਹੜਾ ਮਿਆਰ ਹੈ ਉਹ ਉੱਥੇ ਤੱਕ ਨਹੀਂ ਗਿਆ ਹੈ। ਅਸੀਂ ਬਹੁਤ ਥੱਲੇ ਦੇ ਬੰਦੇ ਹਾਂ, ਬੜਾ ਛੋਟਾ ਜਿਹਾ ਸੋਚਦੇ ਹਾਂ। ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕੇ ਜਿੱਥੇ ਤੱਕ ਸੋਚਣਾ ਚਾਹੀਦਾ ਸੀ। ਇਸ ਕਰਕੇ ਉਹ ਥੱਲੇ ਦੀਆਂ ਗੱਲਾਂ ਨੇ ਸਾਰੀਆਂ ਜੋ ਲੋਕ ਕਰੀ ਜਾ ਰਹੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਜਾਂ ਕਕਾਰ ਜਾਂ ਕੁਰੈਤਾਂ ਤੋਂ ਬਚਣਾ, ਜੋ ਬਖਸ਼ਿਸ਼ਾਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਕੀਤੀਆਂ, ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਸੀ, ਅਫਸੋਸ ਹੈ ਕਿ ਉੱਥੇ ਤੱਕ ਨਹੀਂ ਹਲੇ ਗਏ। ਆਪਾਂ ਗਏ ਨੇ 100% ਵਿੱਚੋਂ ਸਿਰਫ ਆਪਣੀ ਕੌਮ ਦੇ ਵਿੱਚ 1% ਬੰਦੇ ਗਏ ਨੇ। 1% ਵੀ ਮੈਂ ਜ਼ਿਆਦਾ ਕਹਿ ਰਿਹਾ। ਪਿੱਛੇ ਜੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਸਾਰੇ ਵਰਲਡ ਵਿੱਚ ਤੁਹਾਡੇ ਕਿੰਨੇ ਸਿੱਖ ਨੇ? ਉਹ ਮਹਾਰਾਜ ਨੇ ਕਿਹਾ ਸੀ 1000 ਸਿੱਖ ਹੈ ਇਸ ਵਕਤ ਮੇਰਾ, ਜਿਹੜਾ ਮੇਰੇ ਇੱਕ ਬਚਨ ਤੇ ਸਿਰ ਦੇਣ ਨੂੰ ਤਿਆਰ ਹੈ। ਐਨ ਮਰਿਆਦਾ ਪੱਕਾ 1000 ਹੈ ਸਿਰਫ ਸਾਰੇ ਵਰਲਡ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਆਬਾਦੀ ਵਿੱਚੋਂ 1000 ਨੂੰ ਹੀ ਸਿਰਫ ਫਸਟ ਕਲਾਸ ਗਿਣਿਆ। ਬਾਕੀ ਕਹਿੰਦੇ ਠੀਕ ਹੈ, ਜਿਵੇਂ ਵਿਦਿਆਰਥੀ ਨੰਬਰ ਲੈਂਦੇ ਨੇ 90%, 80, 70 ਫੇਲ ਵੀ ਹੈਗੇ ਬਥੇਰੇ, ਕਹਿੰਦੇ ਗਏ ਗਵਾਚੇ ਵੀ ਬਥੇਰੇ ਨੇ। ਸੋ ਇਸ ਤਰ੍ਹਾਂ ਜਿੱਥੇ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਥਿਊਰੀ ਹੈ, ਆਤਮਿਕ ਸਾਇੰਸ ਹੈ ਮਹਾਰਾਜ ਦੀ, ਉੱਥੇ ਤੱਕ ਹਲੇ ਵੀ ਜਾਂਦਿਆਂ ਕੌਮ ਨੂੰ ਬਹੁਤ ਸਾਲ ਲੱਗ ਜਾਣੇ, ਸਮਝਦਿਆਂ ਹੀ ਬਹੁਤ ਸਾਲ ਲੱਗ ਜਾਣ। ਕਈ ਤਾਂ ਬਿਨਾਂ ਸਮਝੇ ਹੀ ਸੰਸਾਰ ਤੋਂ ਚਲੇ ਗਏ ਨੇ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਦ ਤੱਕ ਇਹ ਆਪਣੇ ਆਤਮਿਕ ਸਰੂਪ ਨੂੰ ਅੰਦਰੋਂ ਨਹੀਂ ਪਹਿਚਾਣਦੇ, ਉਦੋਂ ਤੱਕ ਸਿੱਖੀ ਦੀ ਇਹਨਾਂ ਨੂੰ ਸਮਝ ਨਹੀਂ ਲੱਗ ਸਕਦੀ। ਗੋਰਖਾ ਵਿਚਾਰ ਸਿਧ ਲੀਨੇ ਹੈ ਹਕਾਰ, ਸਭ ਆਏ ਸੋ ਉਚਾਰ, ਤਬ ਭੇਜੋ ਗੋਪੀ ਚੰਦ ਹੈ। ਗੋਰਖ ਨੇ ਵਿਚਾਰਿਆ, ਸਿੱਧ ਸਾਰੇ ਭੇਜ ਕੇ ਦੇਖ ਲਏ ਨੇ। ਇਸ ਤਰ੍ਹਾਂ ਫਿਰ ਹੁਣ ਗੋਪੀ ਚੰਦ ਕਾਫੀ ਟੌਪ ਦਾ ਸਿੱਧ ਹੈ। ਗੋਪੀ ਚੰਦ, ਇਹ ਵੀ ਗੋਪੀ ਚੰਦ ਹੋਇਆ ਤਕੜਾ। ਕਹਿੰਦੇ ਇਹਨੂੰ ਭੇਜ ਕੇ ਦੇਖਦਾ, ਸ਼ਾਇਦ ਇਹ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਜਿੱਤ ਲਵੇਗਾ। ਆਵਤੇ ਹੀ ਦੇਖ ਕਰ ਕਹੀ ਹੈ ਆਦੇਸ਼, ਇੱਕ ਗੰਕਾਰ ਕੋ ਆਦੇਸ਼, ਸੁਨ ਭਾਖੀ ਸੁਖ ਕੰਦ ਹੈ। ਆਉਂਦਿਆਂ ਸਾਰ ਹੀ ਗੋਪੀ ਚੰਦ ਨੇ ਕਿਹਾ ਆਦੇਸ਼। ਮਹਾਰਾਜ ਕਹਿਣ ਲੱਗੇ ਏਕੰਕਾਰ ਕੋ ਆਦੇਸ਼, ਅਕਾਲ ਪੁਰਖ ਨੂੰ ਨਮਸਕਾਰ ਹੈ ਸਾਡੀ। ਆਏ ਢਿਗ ਵੈਸ ਔਰ ਹਰ ਖੁਬ ਸੇਖ, ਜੈਸੇ ਮਾਰ ਤੰਡ ਦੇਖ ਬਿਗ ਸਾਤ ਆਰ ਬਿੰਦ ਹੈ। ਸੋ ਇਸ ਤਰੀਕੇ ਨਾਲ ਕਹਿੰਦੇ ਆ ਕਰਕੇ ਕੋਲ ਬੈਠਾ, ਮਨ ਦੇ ਅੰਦਰ ਖੁਸ਼ ਹੈ। ਜਿਵੇਂ ਮਾਰਤੰਡ ਹੁੰਦਾ, ਸੂਰਜ ਨੂੰ ਦੇਖ ਕਰਕੇ ਕਮਲ ਖਿੜ ਜਾਂਦਾ ਹੈ। ਕੌਣ ਧਿਆਨੀ ਕੌਣ ਗਿਆਨੀ, ਕੌਣ ਇਸਨਾਨੀ ਪੁਨ ਨਿਰਮਲ, ਕੌਣ ਮੋਹਿਤ ਭਾਜੀ ਬਤਾਈਏ। ਪਰ ਪ੍ਰਸ਼ਨ ਆਪਣਾ ਕੀਤਾ ਕਿ ਧਿਆਨੀ ਕੌਣ ਹੈ, ਗਿਆਨੀ ਕੌਣ ਹੁੰਦਾ, ਇਸ਼ਨਾਨੀ ਕੌਣ ਹੁੰਦਾ, ਫਿਰ ਨਿਰਮਲ ਕੌਣ ਹੈ।
ਇਹ ਤਪਾ ਜੀ ਮੈਨੂੰ ਕਿਰਪਾ ਕਰਕੇ ਦੱਸੋ ਜੀ। ਕੌਣ ਸੋ ਜੁਗਤ ਜਾਂ ਤੇ ਦੀਪਕ ਦਿਵਤ ਹੋਤ ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈਏ। ਉਹ ਜੁਗਤੀ ਸਾਨੂੰ ਕਿਰਪਾ ਕਰਕੇ ਦੱਸ ਦਿਓ ਜਿਹਦੇ ਨਾਲ ਅੰਦਰ ਦੀਵਾ ਜਗ ਪੈਂਦਾ, ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ। ਇਹ ਕਿਰਪਾ ਕਰਕੇ ਪਹਿਲਾਂ ਤਾਂ ਇਹ ਦੱਸੋ ਕਿ ਅੰਦਰ ਪ੍ਰਕਾਸ਼ ਬੰਦੇ ਦੇ ਕਿਵੇਂ ਹੁੰਦਾ ਹੈ, ਔਰ ਰਾਸਤੇ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਨਾਲ ਚੱਲਦੀ ਹੈ ਤੇ ਕੋਈ ਰੁਕਾਵਟ ਨਹੀਂ ਪੈਂਦੀ। ਇਸ ਤਰ੍ਹਾਂ ਕਿਰਪਾ ਕਰਕੇ ਦੱਸੋ ਜੀ। ਕੌਣ ਘਰ ਐਸ ਸੁਖ ਪਾਏ ਜਹਾਂ ਬੈਸਨਿਤ ਪਾਏ ਕੈਸ ਤਕੋ ਨਾ ਬਹੁਰ ਡੁਲਾਈਏ। ਹੁਣ ਇਹ ਵੀ ਦੱਸੋ ਕਿਰਪਾ ਕਰਕੇ ਕਿ ਉਹ ਕਿਹੜਾ ਘਰ ਹੈ ਜਿੱਥੇ ਸੁਖ ਪ੍ਰਾਪਤ ਕਰੀਦਾ, ਜਿੱਥੇ ਬੰਦਾ ਇੱਕ ਵਾਰ ਜਦੋਂ ਬੈਠ ਗਿਆ ਬਸ ਬੈਠ ਗਿਆ। ਉਹ ਕਿਹੜਾ ਘਰ ਹੈ ਜਿੱਥੇ ਇੱਕ ਵਾਰ ਬੈਠਿਆ ਜਿਹੜਾ ਨਾਸ ਨਹੀਂ ਹੁੰਦਾ ਮੁੜ ਕੇ, ਜਿੱਥੇ ਜਾ ਕੇ ਆਪਾਂ ਸਥਿਤ ਪਾ ਲਈਏ, ਭਾਵ ਟਿਕਾਓ ਸਥਿਰਤਾ ਪ੍ਰਾਪਤ ਕਰ ਲਈਏ, ਜਿੱਥੇ ਜਾ ਕੇ ਫਿਰ ਦੁਬਾਰਾ ਨਾ ਮਨ ਦਾ ਡੋਲਣਾ ਹੋਵੇ। ਉਹ ਘਰ ਦੱਸੋ ਕਿਹੜਾ ਹੈ। ਦੰਭ ਕੋ ਨਿਕੰਦ ਗੌਰ ਕਿੰਕਰ ਮੁਕੰਦ ਸੋਨਾ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਏ। ਉਸ ਵਕਤ ਆਨੰਦ ਦੇ ਦਾਤੇ ਗੁਰੂ ਨਾਨਕ ਦੇਵ ਜੀ ਦੰਭ ਨੂੰ ਕੱਟਣ ਵਾਲੇ ਔਰ ਦਾਸਾਂ ਨੂੰ ਮੁਕਤੀ ਦੇ ਦੇਣ ਵਾਲੇ ਗੋਪੀ ਚੰਦ ਦੇ ਬਚਨ ਨੂੰ ਸੁਣ ਕੇ ਆਨੰਦ ਦੇ ਮੂਲ ਰੂਪ ਗੁਰੂ ਨਾਨਕ ਦੇਵ ਜੀ ਬਚਨ ਬੋਲੇ ਹਨ। ਸੁਰਤ ਨ ਖੋਵੈ ਧਿਆਨੀ ਗੁਰਮੁਖ ਗਿਆਨੀ ਹੋਵੈ ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਲੈ ਤੇਰੇ ਪ੍ਰਸ਼ਨਾਂ ਦਾ ਤੈਨੂੰ ਉੱਤਰ ਦਿੰਦੇ ਹਾਂ। ਕੀ ਪੁੱਛਿਆ ਹੈ? ਕੌਣ ਹੈ ਧਿਆਨੀ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧਿਆਨੀ ਉਹ ਹੁੰਦਾ ਜਿਹੜਾ ਆਪਣੀ ਸੁਰਤ ਨੂੰ ਖੋਵੇ ਨਾ, ਜਿਹਦੀ ਸੁਰਤੀ ਹਰ ਵਕਤ ਲੱਗੀ ਹੀ ਰਹੇ ਪਰਮਾਤਮਾ ਵਿੱਚ, ਜਿਹਦੀ ਸੁਰਤੀ ਹਮੇਸ਼ਾ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਉਹਨੂੰ ਧਿਆਨੀ ਕਿਹਾ ਜਾਂਦਾ। 24 ਘੰਟੇ ਧਿਆਨੀ ਦਾ ਧਿਆਨ ਪਰਮਾਤਮਾ 'ਚ ਹੀ ਰਹਿੰਦਾ, ਇਹ ਤਾਂ ਹੁੰਦਾ ਧਿਆਨੀ। ਹੁਣ ਤੈਨੂੰ ਦੱਸੀਏ ਗਿਆਨੀ ਕੌਣ ਹੁੰਦਾ? ਗੁਰਮੁਖ ਗਿਆਨੀ ਹੋਵੇ। ਜਿਹੜਾ ਗੁਰਮੁਖ ਹੁੰਦਾ ਨਾ ਉਹ ਗਿਆਨੀ ਹੁੰਦਾ, ਗਿਆਨਵਾਨ ਹੁੰਦਾ, ਜੋ ਮੁਖੀ ਗੁਰਾਂ ਨੂੰ ਮੰਨਣ ਵਾਲਾ ਗੁਰਸਿੱਖ ਹੁੰਦਾ। ਤੇ ਤੂੰ ਫਿਰ ਪੁੱਛਿਆ ਕਿ ਨਿਰਮਲ ਮੈਲ ਤੋਂ ਰਹਿਤ ਕੌਣ ਹੁੰਦਾ? ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਨਿਰਮਲ ਮੈਲ ਤੋਂ ਰਹਿਤ ਬੰਦਾ ਉਹ ਹੁੰਦਾ ਜਿਹੜਾ ਗੁਰਬਾਣੀ ਦੇ ਨਾਲ ਹੇਤ ਹੁੰਦਾ ਪਿਆਰ ਲਾਵੇ, ਗੁਰੂ ਦੀ ਬਾਣੀ ਪੜ੍ਹੀ ਜਾਵੇ। ਉਸ ਬੰਦੇ ਨੂੰ ਕਹੀਏ ਇਹ ਬੰਦਾ ਨਿਰਮਲ ਹੈ। 860 ਤੀਰਥ ਸਨਾਨੀ ਤੁਮ ਜਾਨੋ ਸੋ ਸਰਦਾ ਸਮੇਤ ਗੁਰੂ ਦਰਸ਼ਨ ਪਾਵਈ। ਫਿਰ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰਨਾ ਤੁਸੀਂ ਉਹਨੂੰ ਕਹਿੰਦੇ ਹੋ ਇਸ਼ਨਾਨੀ ਹੈ। ਨਹੀਂ, ਅਸੀਂ ਉਹਨੂੰ ਇਸ਼ਨਾਨੀ ਨਹੀਂ ਮੰਨਦੇ, ਕਿਉਂਕਿ ਜਦੋਂ ਕੋਈ 68 ਤੀਰਥਾਂ ਤੇ ਨਹਾ ਕੇ ਆਉਂਦਾ ਸੀ, ਜਿਵੇਂ ਮੱਕੇ ਜਾਣ ਵਾਲੇ ਨੂੰ ਹਾਜੀ ਕਿਹਾ ਜਾਂਦਾ, 68 ਤੀਰਥਾਂ ਤੇ ਕੋਈ ਨਹਾ ਕੇ ਆਉਂਦਾ ਸੀ ਉਹਨੂੰ ਕਹਿੰਦੇ ਸੀ ਇਸ਼ਨਾਨੀ ਹੈ। ਤੀਰਥ ਇਸ਼ਨਾਨੀ ਤੁਮ ਜਾਨੋ ਸੋ ਸਰਦਾ ਸਮੇਤ। ਮਹਾਰਾਜ ਕਹਿੰਦੇ ਸਾਡੇ ਵਿੱਚ ਇਸ਼ਨਾਨੀ ਕੌਣ ਹੈ? ਜਿਹੜਾ ਰੋਜ਼ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੋਵੇ ਨਾ, ਸਵੇਰੇ ਸ਼ਾਮ, ਹਰ ਵਕਤ ਜਿਹਦੀਆਂ ਅੱਖਾਂ 'ਚ ਗੁਰੂ ਦੇ ਦਰਸ਼ਨ ਬਸੇ ਹੋਣ, ਅਸਲ ਵਿੱਚ ਉਹੀ ਬੰਦਾ ਸੁੱਧ ਇਸ਼ਨਾਨੀ ਗਿਣਿਆ ਜਾਂਦਾ ਹੈ। ਸਿੱਧੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ ਭਾਵੀ ਮਨ ਮਾਨ ਗੈਲ ਠਾਕ ਬਿਨ ਜਾਵਈ। ਜਦੋਂ ਭਗਤੀ ਅਭਿਆਸ ਕਰਦਿਆਂ ਕਰਦਿਆਂ ਕਮਲ ਸਾਡੇ ਹਿਰਦੇ 'ਚ ਜਿਹੜਾ ਕਮਲ ਹੈ ਪੁੱਠਾ ਹੈ, ਜਦੋਂ ਇਹ ਸਿੱਧਾ ਹੋ ਜਾਂਦਾ ਹੈ ਇਹ ਤੇ ਜੋਤ ਜਗ ਜਾਂਦੀ, ਚਿੱਟੇ ਰੰਗ ਦੀ ਜੋਤ, ਜਿਵੇਂ ਚਿੱਟਾ ਦੀਵਾ ਹੁੰਦਾ ਇਸ ਤਰ੍ਹਾਂ ਦੀ ਜੋਤ ਜਗਦੀ। ਸਾਡੇ ਤਾਂ ਇਹ ਇਸੇ ਗੱਲ ਕਰਕੇ ਤਾਂ ਕਹਿੰਦੇ ਵੀ 99% ਨੂੰ ਤਾਂ ਇਹ ਪਤਾ ਹੀ ਨਹੀਂ ਵੀ ਜੋਤ ਵੀ ਹੈਗੀ ਕੋਈ ਸਾਡੇ ਅੰਦਰ। ਉਹ ਹੋਰ ਹੀ ਪਾਸੇ ਤੁਰੇ ਫਿਰਦੇ ਨੇ, ਉਹਨਾਂ ਮਿਹਨਤ ਕਰਕੇ ਉਹ ਜੋਤ ਨੂੰ ਪ੍ਰਗਟ ਨਹੀਂ ਕੀਤਾ। ਨਾਲ ਬਾਣੀ ਅੰਦਰ ਥਾਂ ਥਾਂ ਲਿਖਿਆ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਜੋਤ ਬਾਰੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਦੀ ਕਥਾ 'ਚ ਸਵੇਰੇ ਆ ਵੀ ਰਿਹਾ, ਪਰ ਇੱਧਰ ਨੂੰ ਧਿਆਨ ਹੀ ਨਹੀਂ ਕਿਸੇ ਦਾ। ਸਿੱਧੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ। ਮਹਾਰਾਜ ਕਹਿੰਦੇ ਜਦੋਂ ਧਿਆਨ ਹੈ ਸਮਾਧੀ ਲੱਗੀ ਹੁੰਦੀ ਹੈ, ਉਦੋਂ ਇੱਕ ਮਨ ਹੋ ਕੇ ਅੰਦਰੋਂ ਫਿਰ ਕਮਲ ਦਾ ਫੁੱਲ ਸਿੱਧਾ ਹੋਣਾ ਸ਼ੁਰੂ ਹੁੰਦਾ, ਹੌਲੀ 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 ਰੋਜ਼ ਦੇ ਅਭਿਆਸ ਨਾਲ। ਫਿਰ ਉਹ ਖਿੜਨਾ ਸ਼ੁਰੂ ਹੁੰਦਾ, 16 ਪੰਖੜੀਆਂ, ਚਿੱਟਾ ਪ੍ਰਕਾਸ਼, ਦੀਵੇ ਵਾਂਗੂ ਜਗਦਾ, ਬੜਾ ਹੀ ਸੁੰਦਰ ਹੁੰਦਾ। ਬੰਦਾ ਦੇਖ ਕੇ ਉਹਨੂੰ ਸ਼ਾਂਤ ਹੋ ਜਾਂਦਾ।
ਇੰਨੀ ਠੰਡ ਪੈ ਜਾਂਦੀ ਹਿਰਦੇ ਦੇ ਅੰਦਰ ਕਿ ਬਰਫ਼ ਵੀ ਇੰਨੀ ਠੰਡੀ ਨਹੀਂ ਹੁੰਦੀ। ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੇ ਨਾਲ ਖਤਮ ਹੋ ਜਾਂਦੇ ਨੇ। ਸਰੀਰਕ ਤਾਕਤ ਵੱਧਦੀ ਹੈ, ਇਕਾਗਰਤਾ ਹੁੰਦੀ ਹੈ। ਮਹਾਰਾਜ ਕਹਿੰਦੇ ਜਦੋਂ ਉਹ ਜੋਤ ਜਗ ਜਾਂਦੀ ਆ, ਉਹ ਦੀਪਕ ਜਗ ਜਾਂਦਾ ਹੈ, ਫਿਰ ਇਸ ਤਰੀਕੇ ਨਾਲ ਭਾਵੀ ਮਨ ਮਾਨੈ ਗੈਲ ਠਾਕ ਮਿਨ ਜਾਵਈ। ਕਹਿੰਦੇ ਨੇ ਫਿਰ ਇਹ ਰਸਤੇ ਦੇ ਵਿੱਚ ਜਦੋਂ ਉਹਨੂੰ ਮੰਨਦਾ, ਅਕਾਲ ਪੁਰਖ ਦੇ ਭਾਣੇ ਨੂੰ ਜੋਤ ਪ੍ਰਗਟ ਕਰ ਲੈਂਦਾ, ਬੰਦਾ ਸਿੱਧਾ ਸੱਚਖੰਡ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਿਆ ਜਾਂਦਾ, ਜਦੋਂ ਉਹ ਜੋਤ ਹਿਰਦੇ ਦੇ ਅੰਦਰ ਨਜ਼ਰ ਆਉਣ ਲੱਗ ਜਾਂਦੀ ਹੈ। ਤਿਰਕੁਟੀ ਕੋ ਭੇਦ ਸੁਖ ਪਾਵਤ ਅਸੇਦ ਨਿਤ ਹੋਏ ਹੈ ਸਤ ਨਹੀਂ ਬਹੁਰ ਡਲਾਵਈ। ਫਿਰ ਉਹ ਬੰਦਾ ਉੱਪਰ ਨੂੰ ਚੜ੍ਹਨਾ ਸ਼ੁਰੂ ਹੁੰਦਾ ਹੈ, ਥੱਲਿਓਂ ਲੈ ਕੇ ਸਾਰੇ ਚੱਕਰ ਖੋਲਦਾ ਧੁੰਨੀ ਦੇ ਵਿੱਚੋਂ, ਹਿਰਦੇ ਵਿੱਚੋਂ, ਫਿਰ ਛਾਤੀ ਵਿੱਚੋਂ, ਫਿਰ ਉੱਪਰ ਕੰਠ ਵਿੱਚੋਂ, ਫਿਰ ਆਗਿਆ ਚੱਕਰ, ਫਿਰ ਉਹਦੇ ਉੱਤੇ ਤ੍ਰਿਕੁਟੀ ਖੁੱਲਦੀ ਹੈ। ਤ੍ਰਿਕੁਟੀ ਕੋ ਭੇਦ ਸੁਖ ਪਾਵਤ ਅਛੇਦ ਨਿਤ ਹੋਏ ਹੈ ਸਥਿਤ ਨਹੀਂ ਬਹੁਰ ਡੋਲਾਵੇ। ਮੁੜ ਕੇ ਨਹੀਂ ਡੋਲਦਾ ਹੈ। ਤ੍ਰਿਕੁਟੀ ਖੁੱਲਣ ਤੋਂ ਬਾਅਦ ਉੱਪਰ ਜਾਈ ਜਾਂਦਾ, ਦਸਮ ਦੁਆਰ ਤੱਕ ਚਲਿਆ ਜਾਂਦਾ, ਜਿੱਥੇ ਜਾ ਕੇ ਇੱਕ ਓਂਕਾਰ ਦਾ ਵਾਸਾ ਹੈ। ਜਦੋਂ ਉੱਥੇ ਆਪਣੀ ਆਤਮਾ ਤੇ ਪ੍ਰਮਾਤਮਾ ਦੀ ਜੋਤ ਇੱਕ ਹੋ ਜਾਂਦੀ ਹੈ, ਉੱਥੇ ਜਾ ਕੇ ਬ੍ਰਹਮ ਗਿਆਨ 'ਚ ਚਲਿਆ ਜਾਂਦਾ ਜੀਵ। ਫਿਰ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਕੋਈ ਰੁਕਾਵਟ ਨਹੀਂ ਹੈ, ਚਾਰੇ ਪਾਸੇ ਕਿਰਪਾ ਹੀ ਕਿਰਪਾ ਵਰਦੀ ਹੈ। ਗੋਪੀ ਚੰਦ ਹਾਥ ਬੰਦ ਬੋਲੇ ਸੁਖ ਕੰਦ ਸੰਗ ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ। ਕਿਉਂਕਿ ਗੋਪੀ ਚੰਦ ਇਹਨਾਂ ਵਿੱਚ ਬਹੁਤ ਸਿਆਣਾ ਸਿੱਧ ਹੋਇਆ। ਉਹ ਮਹਾਰਾਜ ਨੂੰ ਜਿੱਤਣ ਨਹੀਂ ਆਇਆ। ਉਹ ਤਾਂ ਕਹਿੰਦਾ ਧੰਨ ਭਾਗ ਜੇ ਗੋਰਖ ਨੇ ਮੈਨੂੰ ਭੇਜਿਆ, ਮੈਂ ਤਾਂ ਚਾਹੁੰਦਾ ਹੀ ਸੀ ਦਰਸ਼ਨ ਕਰਨੇ ਤੁਹਾਡੇ। ਮਹਾਰਾਜ ਨੇ ਜਦ ਇੰਨਾ ਉੱਚਾ ਉਪਦੇਸ਼ ਇਹਨੂੰ ਦਿੱਤਾ, ਕਹਿੰਦਾ ਆਓ ਮਹਾਰਾਜ ਜੀ, ਸਿੱਧ ਮੰਡਲੀ 'ਚ ਹੁਣ ਦਰਸ਼ਨ ਬਖਸ਼ ਦਿਓ, ਸਾਰਿਆਂ ਨੂੰ ਨਿਹਾਲ ਕਰ ਦਿਓ ਜੀ। ਹੋਏਗੇ ਆਨੰਦ ਤੇਰੇ ਪਦ ਅਰਵਿੰਦ ਪੇਖ ਦੋਖ ਕੇ ਨ ਕੰਦ ਬੈਨ ਸੁਨੀਏ ਕਾਹੀ ਲੀਜੀਏ। ਸੋ ਇਸ ਕਰਕੇ ਕਹਿਣ ਲੱਗੇ ਹੋਏਗੇ ਆਨੰਦ ਤੇਰੇ ਪਦ ਅਰਵਿੰਦ ਪੇਖ। ਗੋਪੀ ਚੰਦ ਕਹਿੰਦਾ, ਬ੍ਰਹਮ ਗਿਆਨੀ ਸੀ ਇਹ। ਬਾਅਦ ਵਿੱਚ ਮਹਾਰਾਜ ਦੀ ਕਿਰਪਾ ਬਹੁਤ ਹੋਈ ਇਹਦੇ ਤੇ। ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨਾਂ ਨੂੰ ਦੇਖ ਕੇ ਸਾਡੇ ਸਿੱਧ ਆਨੰਦਿਤ ਹੋ ਜਾਣਗੇ ਸਾਰੇ। ਉਹਨਾਂ ਨੂੰ ਤੁਹਾਡਾ ਗਿਆਨ ਹੀ ਨਹੀਂ ਹੈ, ਤੁਸੀਂ ਕੌਣ ਹੋ, ਕਿਉਂਕਿ ਦੁੱਖਾਂ ਦੇ ਨਿਕੰਦ ਕੱਟਣ ਵਾਲੇ ਹੋ। ਬੈਨ ਸੁਣੀਏ ਕਹੀਜੀਏ। ਆਓ ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਕੁਝ ਬਚਨ ਸੁਣਾਓ, ਕੁਝ ਸੁਣੋ। ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਗੁਰੂ ਕਹਿ ਮੰਦ ਮੰਦ ਆਵੇ ਹਮ ਪੰਦ ਮਾਹੀ ਚਲੋ ਗੋਪੀ ਚੰਦ ਸੁਧ ਸਿੱਧਨ ਪਨੀਜੀਏ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਅਸੀਂ ਹੌਲੀ ਹੌਲੀ ਤੁਰਦੇ ਆ ਰਹੇ ਹਾਂ ਰਸਤੇ ਦੇ ਵਿੱਚ। ਚਲੋ ਗੋਪੀ ਚੰਦ ਤੁਸੀਂ ਅੱਗੇ ਚਲੋ, ਜਾ ਕੇ ਸਿੱਧਾਂ ਨੂੰ ਸਾਡੀ ਖਬਰ ਦੇ ਦਿਓ ਮਹਾਰਾਜ ਆ ਰਹੇ ਨੇ। ਕਰ ਪਦ ਬੰਧਨ ਕ ਗਇਓ ਗੇਰ ਕੰਚਨ ਪੈ ਗੋਰਖ ਜੀ ਨਾਨਕ ਜੀ ਸੁਧ ਮੋਤ ਲੀਜੀਏ। ਮੱਥਾ ਟੇਕ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਉਹ ਸੁਮੇਰ ਪਰਬਤ ਦੇ ਉੱਤੇ ਜੋ ਕੰਚਨ ਸੋਨੇ ਦਾ ਬਣਿਆ ਹੋਇਆ ਗਿਆ ਹੈ, ਉੱਥੇ ਗੋਰਖ ਜੀ ਨਾਨਕ ਕੀ ਸੁਧ ਮੋਤੇ ਲੀਜੀਏ। ਗੋਰਖ ਜੀ ਮੇਰੇ ਕੋਲ ਗੁਰੂ ਨਾਨਕ ਦੇਵ ਜੀ ਸਾਰੀ ਸੁਧ ਹੁੰਦੀ ਖਬਰ ਲੈ ਲਓ ਜੀ। ਸਵਈਆ ਪੂਜਨ ਜੋਗ ਹੀ ਜਾਨੋ ਤਾਹੀ ਕੋ ਆਬਤ ਆਪ ਹੀ ਜਾਤ ਨਿਆਨਾ। ਉਹ ਤਾਂ ਜੀ ਪੂਜਨ ਯੋਗ ਹੀ ਜਾਣੋ, ਕਿਉਂਕਿ ਲਿਆਇਆ ਨਹੀਂ ਜਾ ਸਕਦਾ, ਹੋਰ ਤੇ ਜਾਂਦੇ ਨਹੀਂ, ਉਹ ਤਾਂ ਆਪੇ ਹੀ ਆਉਣਗੇ। ਜੇ ਕੋਈ ਕਹੇ ਨਾ ਵੀ ਉਹਨਾਂ ਨੂੰ ਫੜ ਕੇ ਲਿਆਵਾਂਗੇ, ਉਹ ਮਰਜ਼ੀ ਦੇ ਮਾਲਕ ਨੇ, ਉਹਨਾਂ ਤਾਂ ਆਪੇ ਹੀ ਆਉਣਾ ਇੱਥੇ। ਹੈ ਕਲ ਕਾਲ ਭਿਆਨ ਮਹਾਨਰ ਤਾਰਨ ਕੋ ਅਵਤਾਰ ਪਛਾਨਾ। ਉਹ ਤਾਂ ਬਹੁਤ ਮਹਾਨ ਅਵਤਾਰ ਨੇ ਕਲਯੁਗ ਦੇ ਚ ਅਕਾਲ ਪੁਰਖ ਦੇ। ਉਹ ਤਾਂ ਸੰਸਾਰ ਸਾਗਰ ਨੂੰ, ਮਹਾ ਭਿਆਨਕ ਜਿਹੜਾ ਹੈ ਸੰਸਾਰ ਸਾਗਰ, ਇਹਦੇ ਵਿੱਚੋਂ ਸਾਰਿਆਂ ਜੀਵਾਂ ਨੂੰ ਤਾਰਨ ਵਾਸਤੇ ਨਿਰੰਕਾਰ ਆਪ ਆਏ ਹੋਏ ਨੇ। ਗੋਰਖ ਬੈਨ ਭਨੈ ਸੁਨ ਕੈ ਤਿਹ ਜਾਨ ਤੋ ਨਹਿ ਮੋਹਿ ਅਜਾਨਾ। ਗੋਰਖ ਨੇ ਇਸ ਪ੍ਰਕਾਰ ਬਚਨ ਕਹੇ ਸੁਣ ਕੇ, ਮੈਂ ਉਸ ਤੋਂ ਅਣਜਾਣ ਨਹੀਂ, ਮੈਨੂੰ ਸਾਰਾ ਪਤਾ ਕਿ ਉਹ ਕੌਣ ਹਨ। ਸਿੱਧਨ ਮੈਂ ਬੜ ਮਾਨ ਹੋ ਤੋ ਤਿਸਾ ਨਾਸਨ ਕੇ ਹਿਤ ਤੂਸਨ ਠਾਨਾ। ਮੈਨੂੰ ਪਤਾ ਗੋਪੀ ਚੰਦ ਕੌਣ ਨੇ, ਉਹ ਅਵਤਾਰ ਨੇ, ਪਰ ਆਹ ਜਿਹੜੇ ਆਪਣੇ ਸਿੱਧ ਇਹਨਾਂ 'ਚ ਹੰਕਾਰ ਬੜਾ ਬੜਿਆ ਹੋਇਆ। ਮੈਂ ਤਾਈਓ ਕੱਲੇ ਕੱਲੇ ਨੂੰ ਭੇਜੀ ਜਾਂਦਾ, ਹਾਰ ਹਾਰ ਕੇ ਆਈ ਜਾਂਦੇ, ਉਹ ਤਾਂ ਬੜੇ ਤਕੜੇ ਆ ਜੀ। ਘੱਟੋ ਘੱਟ ਇਹਨਾਂ ਦਾ ਹੰਕਾਰ ਤਾਂ ਮਿਟੇ ਨਾ। ਹੁਣ ਗੋਰਖ ਨੇ ਆਪਣੀ ਕੁੰਡੀ ਖੋਲੀ ਆ ਕੇ ਵੀ ਮੈਂ ਕਿਉਂ ਕੱਲੇ ਕੱਲੇ ਨੂੰ ਭੇਜਦਾ। ਇਹ ਸਾਰੇ ਜਾਣੇ ਆਕੜੇ ਬੈਠੇ ਆ, ਮੈਂ ਵੱਡਾ, ਮੈਂ ਵੱਡਾ, ਮੈਂ ਵੱਡਾ, ਮੇਰੇ ਕੋਲ ਇੰਨਾ ਕੁਛ।
ਕਹਿੰਦੇ ਮੈਨੂੰ ਵੀ ਪਤਾ ਉਹ ਅਵਤਾਰ ਨੇ, ਮੈਂ ਕੋਈ ਅਣਜਾਣ ਨਹੀਂ ਹਾਂ, ਪਰ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਮੈਂ ਚੁੱਪ ਕਰਕੇ ਬੈਠਾ ਹਾਂ ਇੱਥੇ। ਈਸ਼ਵਰਨਾਥ ਸਮੀਪ ਬੁਲਾਏ ਕੈ, ਗੋਰਖਨਾਥ ਨ ਆਏ ਸਦੀਨੀ। ਸੋ ਇਸ ਤਰੀਕੇ ਨਾਲ ਈਸ਼ਵਰਨਾਥ ਸਿੱਧ ਹੈ, ਉਹਨੂੰ ਕੋਲ ਬੁਲਾ ਕੇ ਗੋਰਖ ਨੇ ਆਗਿਆ ਦਿੱਤੀ ਹੈ। ਜਾਹੋ ਤਪੇ ਟਿਕਤਾਹੀਂ ਬੋਲੋ ਕਹੋ, ਬਾਦ ਵਿਖੈ ਮਤ ਜਾਹੇ ਪਰਵੀਨੀ। ਜਾ ਵੀ ਤੂੰ ਜਾ ਉਹ ਤਪੇ ਦੇ ਪਾਸ ਜਾ ਕਰਕੇ ਦਰਸ਼ਨ ਕਰ, ਉਹਨਾਂ ਨਾਲ ਚਰਚਾ ਕਰ, ਜਾ ਜਿੱਤ ਕੇ ਲੈ ਕੇ ਆ ਆਪਣੇ ਕੋਲ ਉਹਨਾਂ ਨੂੰ। ਹਸੇ ਕੋ ਜੀਤ ਕਾ ਦੇਹੋ ਹਟਾਏ ਲਖੋਂ ਸਭ, ਤੇ ਤਬ ਸੁਧ ਬੁੱਧ ਕੋ ਪੀਨੀ। ਪਾਸੇ ਕੋ ਜੀਤ ਕੇ ਦੇਹੋ ਹਟਾਏ ਲਖੋਂ, ਜੇ ਤੂੰ ਉਹਨਾਂ ਨੂੰ ਜਿੱਤ ਕੇ ਪਿੱਛੇ ਹਟਾ ਦਵੇਂ ਤਾਂ ਮੈਂ ਜਾਣਾ ਵੀ ਤੇਰੀ ਜਿਹੜੀ ਬੁੱਧੀ ਆ ਨਾ ਉਹ ਬਹੁਤ ਤਕੜੀ ਹੈ। ਨਾ ਤਰੇ ਆਪਣੋ ਦੇ ਉਪਦੇਸ਼ ਸਿਖਾਵਹੁ, ਜੋਗ ਕੀ ਰੀਤ ਜੇ ਕੀਨੀ। ਨਹੀਂ ਤਾਂ ਉਹਨਾਂ ਨੂੰ ਫਿਰ ਐਂ ਕਰ ਜਾ ਕੇ ਨਾ ਆਪਣਾ ਉਪਦੇਸ਼ ਦੇ ਤੇ ਆਪਣਾ ਜੋਗ ਸਿਖਾ ਕੇ ਉਹਨਾਂ ਨੂੰ ਜੋਗੀ ਬਣਾ, ਤੇ ਜੋਗੀ ਬਣਾ ਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਇੱਥੇ ਲੈ ਕੇ ਆ ਜਾ ਕੇ। ਕਵਿਤ ਆਏ ਸੁਖ ਪਾਏ ਤਤ ਕਾਲ ਗਏ ਆਏ, ਜਹਾਂ ਬੈਠੇ ਸੁਖ ਦਾਏ ਸੋਹੈ ਉੱਚ ਗੇਰ ਸ੍ਰਿੰਗ ਹੈ। ਆਗਿਆ ਪਾ ਕਰਕੇ ਤਤਕਾਲ ਹੀ ਗੁਰੂ ਨਾਨਕ ਦੇਵ ਜੀ ਜਿੱਥੇ ਸਜੇ ਹੋਏ ਨੇ ਉੱਥੇ ਆਇਆ। ਸੁਖਾਂ ਦੇ ਦੇਣ ਵਾਲੇ ਪਾਤਸ਼ਾਹ ਸੋਹੈ ਉੱਚੇ ਗਿਰ ਸ੍ਰਿੰਗ ਹੈ, ਜਿੱਥੇ ਬਹੁਤ ਉੱਚੇ ਉੱਚੇ ਪਹਾੜ ਨੇ ਉਸ ਥਾਂ ਤੇ ਚੱਲ ਕੇ ਆਇਆ। ਉਚਰ ਆਦੇਸ਼ ਕੋ ਸਮੀਪ ਗਏ ਵੈਸ ਤਵ ਪ੍ਰਭ ਕੇ ਆਦੇਸ਼ ਗੁਰੂ ਕਹੀ ਤੇ ਸੰਗ ਹੈ। ਆਦੇਸ਼ ਕਰਕੇ ਬੈਠ ਗਿਆ ਕੋਲ ਆ ਕਰਕੇ। ਮਹਾਰਾਜ ਨੇ ਕਿਹਾ ਪ੍ਰਭੂ ਕੋ ਆਦੇਸ਼ ਹੈ, ਪਰਮਾਤਮਾ ਨੂੰ ਆਦੇਸ਼ ਕਰੋ, ਬੰਦੇ ਨੂੰ ਕਾਹਦਾ ਆਦੇਸ਼ ਕਰਨਾ। ਆਦੇਸ਼ ਦਾ ਮਤਲਬ ਮੱਥਾ ਟੇਕਣਾ। ਮੈਨੂੰ ਕਾਹਦਾ ਮੱਥਾ ਟੇਕਦਾ, ਨਮਸਕਾਰ ਕਰਦਾ ਹੈ, ਕਰਨੀਆਂ ਤਾਂ ਇੱਕ ਓਂਕਾਰ ਨੂੰ, ਪ੍ਰਭੂ ਨੂੰ ਮੱਥਾ ਟੇਕਿਆ ਕਰੋ। ਕੌਣ ਦੇਸ ਛੋਰ ਆਏ ਕਹਾਂ ਕੋ ਸਦਾਏ, ਅਬ ਕਹੋ ਤੁਮ ਕੌਣ ਮਹਿ ਬੁਝਨੇ ਅਮੰਗ ਹੈ। ਤੁਸੀਂ ਕਿਹੜੇ ਦੇਸ਼ ਚੋਂ ਆਏ ਹੋ, ਕਿੱਧਰ ਨੂੰ ਚੱਲੇ ਹੋ, ਅਬ ਹੁਣ ਕਹੋ ਤੁਮ ਕੌਣ ਹੋ ਤੁਸੀਂ, ਮੋਹੇ ਬੂਝਣ ਕੀ ਉਮੰਗ ਹੈ, ਮੈਨੂੰ ਬੁੱਝਣ ਦੀ ਪੁੱਛਣ ਦੀ ਇੱਛਾ ਹੈ। ਗੁਰਖ ਪਚਲ ਉਪਦੇਸ਼ ਲੀਜੈ ਭਲੋ, ਆਪ ਸਭ ਮਤ ਵੇਖ ਤੇ ਸੁਜੋਗ ਈ ਉਤੰਗ ਹੈ। ਆਓ ਚਲੋ ਗੋਰਖ ਜੀ ਦੇ ਕੋਲ ਚਲੋ, ਉਪਦੇਸ਼ ਲੈ ਲਓ ਚੰਗਾ। ਸਾਰਿਆਂ ਮਤਾਂ ਵਿੱਚੋਂ ਸਾਡਾ ਮਤ ਸ਼੍ਰੋਮਣੀ ਹੈ, ਉੱਚਾ ਹੈ, ਤੁਸੀਂ ਜੋਗੀ ਬਣ ਜਾਓ। ਦੇਹ ਪੰਜ ਤਤ ਕੀ ਹੈ ਪੁੱਛੋ, ਕੌਣ ਪੰਜ ਵੇਖੈ ਸੋ ਤਤ, ਦੇਹ ਮੈਂ ਵਿਚਾਰ ਕੈ ਬਖਾਨੀਏ। ਉਹਨੇ ਵੀ ਉਸ ਵਕਤ ਮਹਾਰਾਜ ਨੇ ਤਾਂ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਦੇਹ ਪੰਜਾਂ ਤੱਤਾਂ ਦੀ ਹੈ, ਪੁੱਛੋ ਕੌਣ ਪੰਜ ਵੇਖੈ ਸੋ ਤਤ, ਦੇਹ ਮੈਂ ਵਿਚਾਰ ਕੇ ਬਖਾਨੀਏ। ਪੁੱਛੋ ਕਿਹੜੇ ਤੱਤ ਨੇ, ਫਿਰ ਪੰਜਾਂ ਤੱਤਾਂ ਦੇ ਵਿੱਚ ਕਿਹੜੀ ਚੀਜ਼ ਹੈ, ਉਹਦੇ ਵਿੱਚ ਤੱਤ ਕਿਹੜਾ ਹੈਗੇ। ਪੰਜਾਂ ਤੱਤਾਂ ਪੰਜ ਤੱਤ ਹੈ ਹੀ ਹੈ, ਉਹਦੇ ਵਿੱਚ ਕਿਹੜਾ ਤੱਤ ਹੈ ਅੱਗੇ ਇਹ ਵਿਚਾਰ ਕੇ ਦੱਸੋ। ਜੇ ਤੂੰ ਪੁੱਛੇ ਆਤਮਾ ਕੋ ਪੂਰਨ ਹੈ, ਅੰਤਰ ਬਾਹਰ ਦਿਸ ਵਿਦਿਸ ਮੈਂ ਜਾਨੀਏ। ਜੇ ਤੂੰ ਇਹ ਗੱਲ ਪੁੱਛੇ ਆਤਮਾ ਕੋ ਆਤਮ ਤੋਂ ਪੂਰਨ ਹੈ, ਅੰਤਰ ਬਾਹਰ ਦਿਸ ਵਿਦਿਸ ਮੈਂ ਜਾਨੀਏ, ਤੇ ਹਰ ਪਾਸੇ ਇਹ ਆਤਮਾ ਤਾਂ ਜੇ ਤੂੰ ਕਹੇ ਅੰਦਰ ਆਤਮਾ ਤੱਤ ਹੈ, ਤਾਂ ਆਤਮਾ ਤਾਂ ਸਾਰੇ ਕਿਤੇ ਵਿਆਪਕ ਹੀ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਬਾਹਰ ਅੰਦਰ ਹੈ। ਆਵ ਨੋ ਜਨਤ ਬਨਤ ਉਨ ਹੋਤ ਕਹੂੰ, ਜਹਾਂ ਤਹਾਂ ਇੱਕ ਹੀ ਬਵੇਕ ਤੇ ਪਛਾਨੀਏ। ਸੋ ਆਉਣਾ ਤੇ ਜਾਣਾ ਤਾਂ ਉੱਥੇ ਬਣਦਾ ਜਿੱਥੇ ਕੁਝ ਊਣਾ ਹੋਵੇ। ਊਣਾ ਤਾਂ ਕੁਝ ਵੀ ਨਹੀਂ ਹੈ, ਪਰਮਾਤਮਾ ਤਾਂ ਸਰਬ ਵਿਆਪਕ ਹੈ। ਜਹਾਂ ਤਹਾਂ ਏਕ ਹੀ ਵਿਵੇਕ ਤੇ ਪਛਾਨੀਏ, ਜਿੱਥੇ ਕਿੱਥੇ ਗਿਆਨ ਦੇ ਨਾਲ ਇੱਕ ਪਰਮਾਤਮਾ ਹੀ ਤਾਂ ਹੈ। ਸਾਰੇ ਪਰਮਾਤਮਾ ਸਰਬ ਵਿਆਪਕ ਹੈ। ਜੇ ਤੂੰ ਕਹੇ ਕਿ ਪੰਜ ਤੱਤਾਂ ਵਿੱਚ ਤੱਤ ਰੂਪ ਜਿਹੜਾ ਅੰਦਰ ਸਰੀਰ ਅੰਦਰ ਆਤਮਾ ਹੈ, ਤਾਂ ਆਤਮਾ ਤਾਂ ਸਰਬ ਵਿਆਪਕ ਹੀ ਜਾਣੀਏ। ਜਾਂ ਤੇ ਤਵ ਬੂਝਨੋ ਅਕਾਰਥ ਹੀ ਚੀਨ ਮਨ, ਗੋਰਖ ਕੇ ਸੀਖ ਪੁਨ ਪ੍ਰਸੰਨ ਕੋ ਠਾਨੀਏ। ਇਸ ਕਰਕੇ ਤੇਰਾ ਪੁੱਛਣਾ ਐਵੇਂ ਅਕਾਰਥ ਜਿਹੀ ਇਹ ਗੱਲ। ਜਾ ਪਹਿਲਾਂ ਆਪਣੇ ਗੁਰੂ ਤੋਂ ਨਾ ਪੜ੍ਹ ਕੇ ਆ ਪ੍ਰਸ਼ਨ, ਪਹਿਲਾਂ ਆਪਣੇ ਗੋਰਖ ਨੂੰ ਵੀ ਪੁੱਛ ਲਈ ਜਾ ਕੇ। ਇਹ ਪ੍ਰਸ਼ਨ ਦਾ ਉੱਤਰ ਗੋਰਖ ਨੂੰ ਵੀ ਨਹੀਂ ਆਉਣਾ, ਨਾ ਤੈਨੂੰ ਆਉਂਦਾ। ਜਾਂ ਪਹਿਲਾਂ ਆਪਣੇ ਗੁਰੂ ਕੋਲੋਂ ਸਿੱਖਿਆ ਲਈ ਦੀ ਹੁੰਦੀ ਜਾ ਕੇ। ਮਹਾਰਾਜ ਨਿਆਣਾ ਸਮਝ ਕੇ ਸਿੱਧ ਨੂੰ ਕਹਿੰਦੇ ਜਾ ਕਾਕੇ ਜਾ ਕੇ ਸਿੱਖ ਕੇ ਆ ਪਹਿਲਾਂ।
ਸਵਈਆ ਸੁਨ ਈਸਰ ਨਾਥ ਲਜਾਏ ਰਹਿਓ ਗਿਰ ਮੇਰ ਗਇਓ ਨੈ ਬਾਨੀ ਅਲਾਈ। ਸੁਣ ਕੇ ਈਸ਼ਰਨਾਥ ਬੜਾ ਸ਼ਰਮਸ਼ਾਰ ਜਿਹਾ ਹੋਇਆ ਵੀ ਪ੍ਰਸ਼ਨ ਦਾ ਉੱਤਰ ਬੜਾ ਡੂੰਘਾ ਜਿਹਾ ਮਹਾਰਾਜ ਨੇ। ਕਿਉਂ ਸਤਿਗੁਰੂ ਕਹਿੰਦੇ 5 ਤੱਤਾਂ ਦੀ ਦੇਹ ਹੀ ਹੈ। 5 ਤੱਤਾਂ ਦੀ ਦੇਹੀ ਦੇ ਵਿੱਚ ਫੇਰ ਕਿਹੜਾ ਅੱਗੇ ਤੱਤ ਹੈ ਜਿਹੜਾ 5 ਤੱਤਾਂ ਨੂੰ ਚਲਾਉਂਦਾ। ਜੇ ਤੂੰ ਕਹੇ ਆਤਮਾ ਤਾਂ ਸਰਬ ਵਿਆਪਕ ਹੈ। ਮੈਨੂੰ ਤਾਂ ਉਹ ਤੱਤ ਦੱਸ ਕਿਹੜਾ। ਉਹ ਤਾਂ ਐਸੇ ਚੱਕਰ 'ਚ ਪਾਇਆ ਸ਼ਰਮਸ਼ਾਰ ਹੋ ਕੇ ਸਿਰ ਨਵਾ ਕੇ ਉਸ ਵਕਤ ਭੱਜ ਗਿਆ ਸੁਮੇਰ ਪਰਬਤ ਵੱਲ ਨੂੰ। ਕੋਈ ਬੋਲ ਆਇਆ ਹੀ ਨਹੀਂ ਮੂੰਹ ਵਿੱਚੋਂ। ਭਰਪੂਰਨ ਆਤਮ ਗਿਆਨ ਵਿਖੈ ਚਰਚਾ ਕਰ ਕੈ ਨ ਜਿਤਿਓ ਸੋ ਜਾਈ। ਕਿਉਂਕਿ ਆਤਮਕ ਗਿਆਨ ਵਿੱਚ ਪਰਿਪੂਰਨ ਨੇ ਮਹਾਰਾਜ। ਚਰਚਾ ਕਰਕੇ ਤਾਂ ਜਿੱਤਿਆ ਨਹੀਂ ਜਾ ਸਕਦਾ। ਮਨ ਲੰਗਰ ਰੋਸ ਕੀਓ ਸੁਨ ਕਹਿ ਗੋਰਖ ਜੀ ਮੁਝ ਦੇਹੋ ਰਜਾਈ। ਕਿਉਂਕਿ ਸਿੱਧ ਇਕੱਠੇ ਨਹੀਂ ਸੀ ਬਿਠਾਏ, ਪਰੇ ਪਰੇ ਬਿਠਾਏ ਨੇ। ਲੰਗਰਨਾਥ ਹੈ ਇੱਕ ਸਿੱਧ ਦਾ ਨਾਂ। ਉਹ ਗੁੱਸੇ ਜੇ 'ਚ ਆ ਗਿਆ, ਮੈਂ ਜਾਣਾ, ਇਹਨਾਂ ਤੋਂ ਨਹੀਂ ਕੰਮ ਠੀਕ ਆਉਂਦਾ। ਮੈਂ ਬੜੇ ਬੜੇ ਸਿੱਧੇ ਕੀਤੇ ਹੋਏ ਲੋਕ, ਮੈਂ ਜਾਂਦੇ ਹੀ ਮਹਾਰਾਜ ਨੂੰ ਲੈ ਆਉਣਾ ਹੈ। ਅਬ ਲੋਕੋ ਕੈਸੇ ਕਹਿ ਬੋਲਤ ਹੈ ਤੇ ਆਨਤ ਹੋ ਤੁਮਰੀ ਸਰਣਾਈ। ਮੈਂ ਦੇਖਦਾ ਕਿਵੇਂ ਨਹੀਂ ਬੋਲਦੇ ਹੋ। ਅਬ ਲੋਕੋਂ ਕੈਸੇ ਕਹਿ ਬੋਲਤ ਹੈ ਮੇਰੇ ਅੱਗੇ। ਮੈਂ ਹੁਣੇ ਫੜ ਕੇ ਤੁਹਾਡੀ ਸ਼ਰਨ ਵਿੱਚ ਗੋਰਖ ਜੀ ਉਹਨਾਂ ਨੂੰ ਲੈ ਆਉਂਦਾ। ਕਵਿਤ ਐਸ ਕੋ ਪਾਏ ਗੁਰੂ ਗੋਰਖ ਮਨਾਏ ਮਨ ਚਲਿਓ ਤਬ ਧਾਇ ਚਾਇ ਜੀਤਨ ਕੋ ਤਾਰਕੈ। ਆਗਿਆ ਪਾ ਕੇ ਗੋਰਖ ਦੀ ਲੰਗਰਨਾਥ ਚੱਲਿਆ। ਗੋਰਖ ਗੁਰੂ ਨੂੰ ਮਨਾ ਕੇ ਮਨ 'ਚ ਮੰਨ ਕੇ ਧਾ ਕੇ ਚਾਅ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਜਿੱਤਣ ਵਾਸਤੇ। ਵੇਦੀ ਕੋਲ ਦੀਪ ਹੂੰ ਕੇ ਬੈਠੇ ਹੋ ਸਮੀਪ ਆਏ ਕੀਨੀ ਹੈ ਆਦੇਸ਼ ਮੁਖ ਬਚਨ ਉਚਾਰ ਕੈ। ਵੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਸਰੂਪ ਦੇ ਕੋਲ ਆ ਕੇ ਬੈਠਾ। ਮੂੰਹ ਵਿੱਚੋਂ ਕਹਿੰਦਾ ਆਦੇਸ਼ ਆਦੇਸ਼ ਹੈ। ਚਲੀਏ ਸੁਮੀਰ ਪਰ ਲੀਜੈ ਉਪਦੇਸ਼ ਬਾਰ ਅਸੀਸ ਮ੍ਰਿਤ ਜੋਨ ਡਾਰ ਦੀਜੈ ਨਿਜ ਟਾਰਿਕੈ। ਚਲੋ ਜੀ ਆਓ ਚੱਲੀਏ ਸੁਮੇਰ ਪਰਬਤ ਤੇ ਚਲੋ, ਗੋਰਖ ਜੀ ਤੋਂ ਉਪਦੇਸ਼ ਲਓ। ਇਹ ਜਿਹੜੀ ਸਿਰ ਦੇ ਉੱਤੇ ਮੌਤ ਹੈ ਨਾ, ਇਹਦਾ ਜਿਹੜਾ ਡਰ ਬਣਿਆ ਰਹਿੰਦਾ, ਤੁਹਾਡਾ ਡਰ ਟਾਲਦੀ ਹੈ ਮੌਤ ਦਾ। ਆਓ ਤੁਹਾਨੂੰ ਅਸੀਂ ਮੌਤ ਤੋਂ ਰਹਿਤ ਕਰ ਦਈਏ। ਜਾਗੇ ਬੜ ਭਾਗ ਜੇ ਤੂੰ ਜੋਗ ਅਨੁਰਾਗ ਕਰੇ ਧੁਨ ਸੰਗ ਲਾਗੈ ਲਾਗਦਾ ਹੱਠ ਦੇਹੋ ਡਰ ਕੈ। ਸੋ ਇਸ ਕਰਕੇ ਆਓ ਤੁਸੀਂ ਲੱਗੋ ਚਰਨੀ। ਫੇਰ ਕੀ ਕਰੀਏ? ਜਾਗੇ ਬੜ ਭਾਗ ਜੇ ਤੂੰ ਜੋਗ ਅਨੁਰਾਗ ਕਰੇ। ਜੇ ਤੂੰ ਜੋਗ ਨੂੰ ਪਿਆਰ ਕਰੇ, ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਲੰਗਰਨਾਥ, ਮੈਂ ਸਮਝਾਂਗਾ ਤੇਰੇ ਵੱਡੇ ਭਾਗ ਜਾਗ ਪਏ ਨੇ। ਧੁਨ ਸੰਗ ਲਾਗੈ ਲਾਗ ਹੱਠ ਦੇਹੋ ਡਾਰਕ ਹੈ। ਫਿਰ ਜਿਹੜੀ ਹੈ ਨਾ ਤੁਹਾਡੀ ਲਗਨ ਲੱਗ ਜਾਏਗੀ ਧੁਨ ਦੇ ਨਾਲ। ਫਿਰ ਤੈਨੂੰ ਇੱਦਾਂ ਵਾਜੇ ਸੁਣਨਗੇ, ਆਹ ਹੋਵੇਗਾ। ਉਹ ਸਿੱਧ ਕੰਨਾਂ ਦੀ ਘੂੰ ਘੂੰ ਵਾਲੀ ਧੁਨ ਦਾ ਉਪਦੇਸ਼ ਦਿੰਦਾ ਤੇ ਗੁਰੂ ਜੀ ਉੱਤਰ ਵਿੱਚ ਉਹਦੀ ਸਾਰੀ ਗੱਲ ਨੂੰ ਬਾਦ ਹੈ ਕਹਿਣ ਤੇ ਆਖਦੇ ਨੇ ਵਿਅਰਥ ਹੀ ਕਰੀ ਜਾਂਦਾ ਐਵੇਂ। ਇਸ ਸਾਰੀ ਸਿੱਧ ਚਰਚਾ ਵਿੱਚ ਗੁਰੂ ਜੀ ਆਪਣਾ ਆਸ਼ਾ ਨਾਮ ਵਿੱਚ ਅਖੰਡ ਲਿਵ ਲੱਗਣਾ ਦੱਸ ਰਹੇ ਨੇ। ਕੰਨਾਂ ਦੀ ਘੂੰ ਘੂੰ ਨੂੰ ਅਨਾਹਤ ਨਹੀਂ ਕਹਿ ਰਹੇ। ਕਈ ਵਾਰ ਇਹ ਹੁੰਦਾ ਅਨਹਤ ਸ਼ਬਦ ਤਾਂ ਸ਼ੁਰੂ ਨਹੀਂ ਹੁੰਦਾ ਕਈਆਂ ਦਾ। ਉਹਨਾਂ ਨੂੰ ਪਤਾ ਹੁੰਦਾ ਕਿ ਕੰਨਾਂ ਦੇ ਵਿੱਚ ਆਵਾਜ਼ ਜੀ ਆਉਂਦੀ ਹੈ। ਉਹ ਕਈ ਇਹੋ ਜਿਹੇ ਵੀ ਨੇ ਜੇ ਉਹ ਬਾਹਲੀ ਖੁਸ਼ਕੀ ਜੀ ਸਿਰ ਨੂੰ, ਕਈਆਂ ਤਾਂ ਕਹਿ ਕੇ ਹੁਣ ਤੇਲ ਲਵਾਇਆ ਸਿਰ ਨੂੰ, ਤੇ ਉੱਦਾਂ ਸਮਾਧੀਆਂ ਲਾ ਲਾ ਬੈਠੀ ਜਾਣਗੇ, ਬਾਣੀ ਪੜ੍ਹੀ ਜਾਣਗੇ। ਜੇ ਪੁੱਛੋ ਕਦੇ ਬਦਾਮ ਰੋਗਨ ਲਾਇਆ ਸਿਰ ਨੂੰ, ਕਦੇ ਬ੍ਰਹਮੀ ਆਮਲਾ ਤੇਲ ਲਾਇਆ, ਕਹਿੰਦੇ ਇਹ ਤਾਂ ਅਸੀਂ ਕਦੇ ਦੇਖਿਆ ਵੀ ਨਹੀਂ ਹੈ। ਬ੍ਰਹਮੀ ਬੂਟੀ ਪਾ ਕੇ ਆਮਲੇ ਦਾ ਤੇਲ ਹੁੰਦਾ, ਸਿਰ ਨੂੰ ਤਾਕਤ ਦਿੰਦਾ। ਬਦਾਮ ਦੀਆਂ ਗਿਰੀਆਂ 5-4 ਰੋਜ਼ ਖਾਣੀਆਂ ਪੈਂਦੀਆਂ, ਭਿਉਂ ਕੇ ਮੱਖਣ ਨਾਲ ਵੀ ਜਾਂ ਵੈਸੇ ਵੀ। ਸੋ ਇਸ ਤਰ੍ਹਾਂ ਜਦੋਂ ਆਪਾਂ ਇਸ ਲਾਈਨ ਤੇ ਚੱਲਣਾ ਤਾਂ ਸਿਰ ਦਾ ਵਿਸ਼ੇਸ਼ ਖਿਆਲ ਰੱਖਣਾ ਪੈਂਦਾ। ਤੇ ਫਿਰ ਜਦੋਂ ਸਿਰ ਖੁਸ਼ਕ ਹੋ ਜਾਂਦਾ, ਸਿਰ 'ਚ ਸਿੱਕਰੀ ਜੀ ਪੈ ਜਾਂਦੀ, ਤਾਂ ਕੰਨਾਂ ਦੇ ਵਿੱਚੋਂ ਘੂੰ ਘੂੰ ਦੀ ਆਵਾਜ਼ ਜੀ ਆਉਂਦੀ, ਬੀਂਡੇ ਜੇ ਵੱਜਦੇ ਨੇ। ਉਹ ਕਈ ਸਮਝਦੇ ਖਾਣੀ ਮੇਰੇ ਅਨਹਦ ਸ਼ਬਦ ਚੱਲ ਪਿਆ। ਉਹਨੂੰ ਅਨਹਦ ਨਹੀਂ ਕਹਿੰਦੇ ਹੈ, ਕਿਤੇ ਭੁਲੇਖੇ 'ਚ ਨਾ ਮਾਰੇ ਜਾਇਓ। ਇਹ ਖੱਬੇ ਪਾਸੇ ਦੇ ਕੰਨ 'ਚ ਸੁਣਦਾ ਅਨਹਦ ਸ਼ਬਦ ਹਮੇਸ਼ਾ, ਸੱਜੇ ਨਹੀਂ ਸੁਣਦਾ, ਨਾਲੇ ਦੋਨਾਂ 'ਚ ਨਹੀਂ ਸੁਣਦਾ। ਖੱਬੇ ਪਾਸੇ ਸੁਣੂਗਾ। ਜਦ ਸੁਣੂਗਾ ਬੜੀ ਮਿੱਠੀ ਜੀ ਟੱਲੀਆਂ ਦੀ ਆਵਾਜ਼ ਆਉਂਦੀ, ਕਦੇ ਢੋਲਕੀ ਛੈਣਿਆਂ ਦੀ ਆਵਾਜ਼ ਆਉਂਦੀ, ਮੂੰਹ 'ਚ ਮਿੱਠਾ ਰਸ ਆਊਗਾ। ਉਹਦੇ ਨਾਲ ਵਾਹਿਗੁਰੂ ਮੰਤਰ ਦਾ ਅਭਿਆਸ ਅੰਦਰ ਆਪਣੇ ਆਪ ਸ਼ੁਰੂ ਹੁੰਦਾ। ਦੂਰ ਜਿਵੇਂ ਕਿਤੇ ਕੀਰਤਨ ਹੁੰਦਾ, ਦੂਰ ਕਿਤੇ ਟੱਲੀਆਂ ਜਿਹੀਆਂ ਵੱਜਦੀਆਂ ਨੇ, ਬੜੀਆਂ ਮਿੱਠੀਆਂ ਹੁੰਦੀਆਂ। ਉਹ ਘੁੰਗਰੂ ਵਾਜਾ ਜੇ ਮਨ ਲੱਗਾ, ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਇਕੱਲੇ ਇਕੱਲੇ ਤੇ ਫੋਨ ਤੇ ਦੱਸਣੋਂ ਰਹੇ, ਇੱਦਾਂ ਹੀ ਠੀਕ ਆ, ਸਿੱਧਾ ਹੀ।
ਇਹ ਇੱਕ ਨਿਸ਼ਾਨੀ ਹੁੰਦੀ ਖਾਸ ਕਰਕੇ। ਜੇ ਕੋਈ ਕਹੇ ਮੇਰੇ ਅਨਹਦ ਸ਼ਬਦ ਚੱਲਦਾ, ਪੁੱਛੋ ਕਿਹੜੇ ਪਾਸੇ ਆ। ਜੇ ਉਹ ਸੱਜੇ ਕਹੇ ਤਾਂ ਫਿਰ ਫੇਲ ਹੋ ਜਾਂਦਾ। ਇਹ ਖੱਬੇ ਪਾਸੇ ਹੁੰਦਾ ਕੰਨ ਦੇ। ਖੱਬੇ ਕੰਨ ਨੂੰ ਆ ਪਿੱਛੇ ਜਦੋਂ ਮੈਂ ਆਉਣ ਤੋਂ ਪਹਿਲਾਂ ਅਖਬਾਰ 'ਚ ਪੜ੍ਹਿਆ ਸੀ, ਸਾਇੰਸਦਾਨਾਂ ਨੇ ਖੋਜ ਕੀਤੀ, ਖੱਬੇ ਕੰਨ ਨੂੰ ਸੰਗੀਤ ਸੁਣਨ ਦੀ ਬੜੀ ਆਦਤ ਹੈ। ਆਪਾਂ ਹਮੇਸ਼ਾ ਜ਼ਿਆਦਾਤਰ ਫੋਨ ਖੱਬੇ ਪਾਸੇ ਹੀ ਲਾਉਂਦੇ ਹਾਂ, ਕਿਉਂਕਿ ਖੱਬਾ ਪਾਸਾ ਜਿਹੜਾ ਕੰਨ ਦਾ ਇਹ ਸੁਣ ਕੇ ਬੜਾ ਖੁਸ਼ ਹੁੰਦਾ, ਸੰਗੀਤ ਵਗੈਰਾ। ਸੱਜੇ ਕੰਨ ਤੇ ਲੋਡ ਪੈਂਦਾ ਜ਼ਿਆਦਾ, ਇਹ ਨਹੀਂ ਸੁਣਦਾ ਜ਼ਿਆਦਾ। ਇਸ ਕਰਕੇ ਖੱਬੇ ਪਾਸੇ ਨੂੰ ਆਦਤ ਹੁੰਦੀ। ਇਹ ਡਾਕਟਰਾਂ ਨੇ ਵੀ ਹੁਣ ਕਿਹਾ, ਸਾਇੰਸਦਾਨਾਂ ਨੇ ਵੀ ਕਿਹਾ, ਹੌਲੀ ਹੌਲੀ ਆ ਜਾਣਗੇ ਉੱਥੇ ਕਿਉਂ ਵੀ। ਤੇ ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੇ ਸਿੱਧ ਨੇ ਕਹਿੰਦੇ, ਆ ਜਿਹੜੇ ਨਕਲੀ ਜੇ ਗੁਰੂ ਨੇ, ਕਹਿਣਗੇ ਬੰਦੇ ਨੂੰ ਖੂੰਜੇ ਜੇ 'ਚ ਬਹਿ ਕੇ ਕੰਨਾਂ 'ਚ ਉਂਗਲਾਂ ਦੇਈ, ਪੈਰਾਂ ਭਾਰ ਬੈਠੀ, ਘੂੰ ਘੂੰ ਆਊ। ਕਹਿੰਦੇ ਹਾਂ ਜੀ, ਲਓ ਜੀ ਅਨਹਦ ਸ਼ਬਦ ਹੋ ਗਿਆ ਸ਼ੁਰੂ। ਉਹ ਲੋਕਾਂ ਨੂੰ ਘੂੰ ਘੂੰ ਤੇ ਹੀ ਲਾ ਕੇ ਰੱਖਦੇ ਨੇ। ਇਹ ਸਿੱਧ ਵੀ ਆਇਆ, ਮਹਾਰਾਜ ਨੂੰ ਕਹਿਣ ਲੱਗਿਆ ਘੂੰ ਘੂੰ ਹੋਊਗੀ ਐ। ਉਹ ਮਹਾਰਾਜ ਕਹਿੰਦੇ ਰਹਿਣ ਦਿਆ ਕਰ, ਇਹ ਘੂੰ ਘੂੰ ਤੂੰ ਰਹਿਣ ਦੇ, ਇਹ ਘੂੰ ਘੂੰ ਨੇ ਕੁਛ ਨਹੀਂ ਕਰਨਾ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕਰਕੇ ਕਹਿੰਦਾ ਚਲੋ ਉੱਥੇ ਚੱਲਦੇ ਹਾਂ, ਮੌਤ ਟਾਲ ਦਿਆਂਗੇ, ਤੁਹਾਡੇ ਵੱਡੇ ਭਾਗ ਜਾ ਪਏ। ਧੁਨ ਸੰਗ ਲਾਗ ਹੱਠ ਦੇਹੋ ਡਾਰਕ ਹੈ। ਉਹ ਜਿਹੜੀ ਘੂੰ ਘੂੰ ਦੀ ਆਵਾਜ਼ ਸੁਣੂਗੀ, ਕਹਿੰਦੇ ਫਿਰ ਤੇਰੀ ਲਾਗ ਲੱਗ ਜਾਏਗੀ। बोले दीनानाथ सिद्ध लंगर के साथ तब कौन सी बस तुम्हारा दीजा सुबताए कै। ਅੱਛਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜਾ ਬਈ ਸਿਆਣਾ ਤੂੰ ਤਾਂ, ਕਹਿੰਦਾ ਕੋਈ ਤੇਰੀ ਮੌਤ ਟਾਲ ਦਿਆਂਗੇ, ਐਂ ਕਰ ਦਿਆਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਤੈਨੂੰ ਇੰਨੀ ਹੀ ਸਿਆਣਪ ਹੈ ਤਾਂ ਫਿਰ ਮੈਨੂੰ ਐਂ ਦੱਸ ਕਿਹੜੀ ਵਸਤੂ ਹੈ ਜਿਹੜੀ ਮਰਦੀ ਹੈ, ਉਹ ਮੈਨੂੰ ਦੱਸ ਦੇ, ਜਿਹੜਾ ਕਿ ਮਰਦਾ ਕੌਣ ਹੈ। देह पंज भूत के है पंचो मैं न मरै को, जे को मार जात ताको दीजिए सुनाए कै। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਜਾਂ ਤੱਤਾਂ ਦੀ ਦੇਹ ਹੀ ਹੈ। ਪੰਜ ਤੱਤ ਮਰ ਜਾਂਦੇ, ਪੰਜ ਤੱਤ ਤਾਂ ਤੱਤਾਂ 'ਚ ਰਲ ਜਾਂਦੇ ਨੇ। ਤੇ ਮਰਦਾ ਕੌਣ ਆ? ਉਹ ਨਾ ਮੂਆ ਜੋ ਰਹਿਆ ਸਮਾਏ। ਅੱਗੇ ਸਾਰਾ ਆਪ ਹੀ ਦੱਸਦੇ ਹਨ। ਆਤਮਾ ਤੋ ਨਿਤ ਕਾਬ ਹੋਤ ਨਹੀਂ, ਮ੍ਰਿਤਤਾ ਕੀ ਭਇਓ ਜੀਵ ਸਤ, ਚਿਦਾਨੰਦ ਕੋ ਭੁਲਾਏ ਕੈ। ਕਿਉਂਕਿ ਆਤਮਾ ਤਾਂ ਰੋਜ਼ ਹੀ ਰਹਿਣ ਵਾਲੀ ਚੀਜ਼ ਹੈ, ਇਹ ਤਾਂ ਨਾਸ ਹੀ ਨਹੀਂ ਹੁੰਦੀ ਕਦੇ। ਆਤਮਾ ਦੀ ਤਾਂ ਮੌਤ ਹੀ ਨਹੀਂ ਹੁੰਦੀ। ਭਇਓ ਜੀਵ ਸਤ ਚਿਤ ਆਨੰਦ ਕੋ ਭੁਲਾਏ ਕੈ, ਕਿਉਂਕਿ ਇਹ ਜਿਹੜਾ ਜੀਵ ਹੈ ਨਾ, ਇਹ ਸਤ ਚਿਤ ਆਨੰਦ ਨੂੰ ਭੁਲਾ ਕੇ ਜੀਵ ਬਣ ਗਿਆ ਹੈ। ਅਸਲ ਵਿੱਚ ਇਹਦਾ ਸਰੂਪ ਹੈ ਸਤ ਚੇਤਨ ਆਨੰਦ। ਆਪਾਂ ਆਪਣੇ ਅਸਲੀ ਰੂਪ ਨੂੰ ਭੁੱਲ ਗਏ ਆ। ਸਤ ਚੇਤਨ ਆਨੰਦ ਪਰਮਾਤਮਾ ਦਾ ਸਰੂਪ ਹੈ ਤੇ ਸਤ ਚੇਤਨ ਆਨੰਦ ਹੀ ਆਤਮਾ ਆਪਣੀ। ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾਉਣਾ ਸੀ। ਬੰਦਾ ਕੋਈ ਚੜ੍ਹਾਈ ਕਰ ਜਾਂਦਾ, ਆਪਾਂ ਕਹਿੰਦੇ ਮਰ ਗਿਆ। ਕੀ ਮਰਿਆ? ਮਹਾਰਾਜ ਕਹਿੰਦੇ ਪਵਣੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਬੁੱਝਰੇ ਗਿਆਨੀ ਮੂਆ ਹੈ ਕੌਣ? ਕੌਣ ਮਰਿਆ? ਉਹ ਨਾ ਮੂਆ ਜੋ ਰਹਿਆ ਸਮਾਏ। ਉਹ ਮਰਦਾ ਤਾਂ ਕੋਈ ਵੀ ਨਹੀਂ ਹੈ। ਪਾਣੀ ਵਿੱਚ ਪਾਣੀ ਮਿਲ ਜਾਂਦਾ, ਅਗਨੀ ਤੱਤ ਅੱਗ ਵਿੱਚ ਮਿਲ ਜਾਂਦਾ, ਮਿੱਟੀ 'ਚ ਮਿੱਟੀ ਮਿਲ ਜਾਂਦੀ ਆ, ਆਕਾਸ਼ ਤੱਤ ਆਕਾਸ਼ ਵਿੱਚ ਚਲਿਆ ਜਾਂਦਾ। ਸਾਰੀਆਂ ਚੀਜ਼ਾਂ ਇੱਕ ਦੂਜੇ 'ਚ ਪਾਉਣ ਵਿੱਚ ਪਾਉਣ ਲੀਨ ਹੋ ਗਈ। ਜੋਤ ਵਿੱਚ ਜੋਤ ਚਲੀ ਗਈ। ਕੌਣ ਮਰਿਆ? ਕੋਈ ਵੀ ਨਹੀਂ ਮਰਿਆ। ਇਹ ਤਾਂ ਦੁਨੀਆ ਨੇ ਗੱਲਾਂ ਬਣਾਈਆਂ ਹੋਈਆਂ ਕਿ ਫਲਾਨਾ ਬੰਦਾ ਮਰ ਗਿਆ। ਕੋਈ ਵੀ ਨਹੀਂ ਮਰਦਾ ਹੈ। ਬਾਦ ਹੈ ਕਹਿਣ ਤੇਰੋ ਭਇਓ ਮ੍ਰਿਤ ਕੌਣ, ਹੀਰੋ ਉਤਰ ਨ ਆਏ ਪੁੱਛ ਗੋਰਖੋ ਜਾਇ ਕੈ। ਉਹ ਜਾ ਆਪਣਾ ਕੰਮ ਕਰ। ਮਹਾਰਾਜ ਕਹਿੰਦੇ ਜਾ ਗੋਰਖ ਨੂੰ ਪਹਿਲਾਂ ਪੁੱਛ ਕੇ ਆ ਵੀ ਮੈਂ ਪ੍ਰਸ਼ਨ ਕਿੱਦਾਂ ਦਾ ਕਰਾਂ ਉੱਥੇ। ਇਹ ਜਿਹੜਾ ਤੂੰ ਕਹਿ ਰਹੇ ਇਹ ਤਾਂ ਬੇਅਰਥ ਹੈ। ਮ੍ਰਿਤ ਕੌਣ ਹੀਰੋ, ਮੌਤ ਤੂੰ ਕਿਹਨੂੰ ਦੇਖਦੇ ਹੋ, ਕਿਹਨੂੰ ਕਹਿੰਦੇ ਹੋ ਤੁਸੀਂ ਮੌਤ? ਜਦੋਂ ਉੱਤਰ ਨਾ ਆਇਆ ਤਾਂ ਤੈਨੂੰ ਤਾਂ ਹੁਣ ਜਵਾਬ ਤਾਂ ਆਇਆ ਨਹੀਂ ਕੋਈ। ਜਾਂ ਆਪਣੇ ਗੋਰਖ ਗੁਰੂ ਨੂੰ ਪਹਿਲਾਂ ਪੁੱਛ ਕੇ ਆ ਵੀ ਪ੍ਰਸ਼ਨ ਕਿਵੇਂ ਕਰੀਦਾ ਹੁੰਦਾ ਅੱਗੇ ਜਾ ਕੇ। ਸਵਈਆ ਲੰਗਰ ਤੂੰ ਸਨ ਹੋਈ ਗਇਓ, ਬਿਰਤੰਤ ਸੁਮੇਰ ਭੈ ਜਾਏ ਸੁਨਾਵਾ। ਲੰਗਰ ਨਾਥ ਸਿੱਧ ਦਾ ਨਾਮ ਹੈ, ਚੁੱਪ ਹੋ ਗਿਆ। ਸਾਰਾ ਬਿਰਤਾਂਤ ਸੁਮੇਰ ਤੇ ਜਾ ਕੇ ਗੋਰਖ ਨੂੰ ਸੁਣਾਇਆ ਹੈ। ਗੋਰਖ ਨੇ ਤਬ ਐਸ ਦੇ ਕਰ ਮੰਗਲਨਾਥ ਸਮੀਪ ਬੁਲਾਵਾ। ਮੰਗਲਨਾਥ ਸਿੱਧ ਹੈ, ਬੜਾ ਅੱਛਾ ਹੈ, ਇਹ ਬ੍ਰਹਮ ਗਿਆਨੀ ਹੋਇਆ। ਇਹ ਅੱਗੇ ਜਾ ਕੇ ਆਪ ਹੀ ਕਿਰਪਾ ਕਰਨਗੇ ਇਹਦੇ ਤੇ ਮਹਾਰਾਜ। ਇਹਨੂੰ ਆਗਿਆ ਦੇ ਕੇ ਗੋਰਖ ਜੀ ਨੇ ਭੇਜਿਆ। ਕੀਨ ਬੜੋ ਸਨਮਾਨ ਬਿਠਾਏ ਕੈ, ਆਨਨ ਤੇ ਬੈਨ ਅਲਾਵਾ। ਇਹਨੂੰ ਬੜੇ ਸਨਮਾਨ ਦੇ ਨਾਲ ਗੋਰਖ ਜੀ ਨੇ ਕੋਲ ਬਿਠਾ ਕੇ ਮੁਖੋਂ ਇਹ ਬਚਨ ਕਿਹਾ। ਹਾਰ ਕਯਾਵਤ ਸਿੱਧ ਸਵਾਇਆ, ਬਜਾਨੋ ਤੁਮਾਰ ਬਨੈ ਤੇ ਥਾਵਾ। ਆ ਜਿਹੜੇ ਸੀ ਬਾਕੀ ਤਾਂ ਸਾਰੇ ਹਾਰ ਹੂਰ ਕੇ ਆ ਗਏ ਨੇ। ਮੰਗਲਨਾਥ ਜੀ ਹੁਣ ਤੁਸੀਂ ਜਾ ਕੇ ਉਹਨਾਂ ਨੂੰ ਲੈ ਕੇ ਆਓ, ਉਹਨਾਂ ਨੂੰ ਹਰਾ ਦਿਓ ਉੱਥੇ ਜਾ ਕੇ। ਸਵਈਆ
मंगल नाथ ने बूझन कीन पठो तय कह होत को देहो बताई। ਮੰਗਲਨਾਥ ਨੇ ਉਸ ਵਕਤ ਪੁੱਛਣਾ ਕੀਤਾ, ਪਠੋ ਕਿਹ ਹੇਤ ਕਉ ਦੇਹੋ ਬਤਾਈ, ਕਿਸ ਕਾਰਨ ਕਰਕੇ ਮੈਨੂੰ ਉੱਥੇ ਭੇਜਣਾ ਤੁਸੀਂ ਉਹਨਾਂ ਦੇ ਪਾਸ, ਇਹ ਦੱਸ ਦਿਓ ਮੈਨੂੰ। रूप सवाए बलोकन को तहे कहंदो रहो कहो पदेसन ताई। ਹੁਣ ਮੈਨੂੰ ਇਹ ਕਿਰਪਾ ਕਰਕੇ ਦੱਸੋ, ਰੂਪ ਸੁਭਾਏ ਬਲੋਕਨ ਕੋ ਤੇ, ਉਹਨਾਂ ਦਾ ਜਾ ਕੇ ਇੱਕ ਤਾਂ ਰੂਪ ਦੇਖਣਾ ਹੈ, ਇੱਕ ਸੁਭਾਅ ਦੇਖਣਾ ਹੈ। ਜੇ ਕਹਿੰਦੋ ਕਹੋ ਉਪਦੇਸ਼ ਤਾਈ, ਉਹਨਾਂ ਤਾਈ ਵੀ ਉਪਦੇਸ਼ ਦੇਣਾ। ਇਹਨਾਂ ਵਿੱਚੋਂ ਦੱਸੋ ਕਿਹੜੀ ਗੱਲ ਕਰਨੀ ਜਾ ਕਰਕੇ। ਗੋਰਖ ਜੋ ਸੁਨ ਕੈ ਮਨ ਮਾਹਿ ਵਿਚਾਰ ਕੈ ਬਾਣੀ ਸੋ ਐਸ ਅਲਾਈ। ਗੋਰਖ ਨੇ ਸੁਣ ਕੇ ਫਿਰ ਇਹ ਗੱਲ ਵਿਚਾਰ ਕੇ ਇਸ ਤਰ੍ਹਾਂ ਬਚਨ ਕਿਹਾ, ਜੋ ਤੁਮਰੇ ਮਨ ਮੈਂ ਅਭਿਲਾਖ ਬਲੋਕੋ ਤਾਂ ਵਿਦ ਸੋ ਅਬ ਜਾਈ। ਅੱਛਾ ਚੱਲ, ਜਿਵੇਂ ਤੇਰੇ ਮਨ ਚ ਆ ਜਾਏ ਨਾ ਤੂੰ ਉਸੇ ਪ੍ਰਕਾਰ ਹੀ ਮੰਗਲਨਾਥ ਜੀ ਕਰ ਲੈਣਾ। ਮੇਰੇ ਵੱਲੋਂ ਰੂਪ ਦੇਖੋ, ਸੁਭਾਅ ਦੇਖੋ, ਮੇਰੇ ਵੱਲੋਂ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਲਓ, ਜਿਵੇਂ ਤੁਹਾਡਾ ਚਿੱਤ ਕਰੇ ਕਰ ਲੈਣਾ। ਇਸ ਤਰ੍ਹਾਂ ਸਵਈਆ ਮੰਗਲ ਬੋਲਤ ਹੈ ਗੁਰ ਗੋਰਖਾ, ਪੂਰਨ ਹੋ ਜੋਗਿਆ ਸਭ ਲਾਇਕ। ਮੰਗਲ ਉਸ ਵਕਤ ਬੋਲਣ ਲੱਗਿਆ, ਹੈ ਗੁਰੂ ਗੋਰਖ ਤੁਸੀਂ ਪੂਰਨ ਹੋ, ਸਾਰਿਆਂ ਜੋਗੀਆਂ ਦੇ ਵਿੱਚੋਂ ਲਾਇਕ ਹੋ ਜੀ। ਸੋ ਸਭ ਹੀ ਵਿਦ ਪੂਰਨ ਨਾਨਕ ਜਾਏ ਸਰਨ ਤਿਸੈ ਗਤ ਦਾਇਕ। ਉਧਰ ਗੁਰੂ ਨਾਨਕ ਦੇਵ ਜੀ ਪੂਰੇ ਨੇ, ਕਿਉਂਕਿ ਇਹ ਪਹਿਲਾਂ ਹੀ ਬ੍ਰਹਮ ਗਿਆਨੀ ਅਸਲ ਵਿੱਚ। ਇਹਨੇ ਇੱਥੋਂ ਬੈਠੇ ਹੀ ਦੱਸਤਾ ਵੀ ਉੱਥਾਂ ਤਾਂ ਜਾ ਕੇ ਚਰਨੀ ਲੱਗਣਾ ਚਾਹੀਦਾ, ਉਹ ਤਾਂ ਪੂਰਨ ਗੁਰੂ ਹਨ। ਹੋ ਜਬੋ ਦੇਖਬੋ ਕਿਆ ਤੇ ਕੋ ਸੁਰ ਨਾਇਕ, ਨਾਇਕ ਸੰਤ ਸਹਾਇਕ। ਉਹਨੂੰ ਕੀ ਖੋਜਣਾ, ਉਹਨਾਂ ਨੂੰ ਕੀ ਜਾ ਕੇ ਦੇਖਣਾ, ਉਹ ਤਾਂ ਸੁਰ ਨਾਇਕ, ਨਾਇਕ ਉਹ ਤਾਂ ਇੰਦਰ ਅਥਵਾ ਵਿਸ਼ਨੂੰ ਦੇ ਸਵਾਮੀ ਗੁਰੂ ਨਾਨਕ ਦੀ ਸਾਰਿਆਂ ਤੋਂ ਉੱਤੇ ਨੇ। ਉਹਨੂੰ ਮੈਂ ਜਾ ਕੇ ਕੀ ਪਰਖਣਾ, ਤਾਂ ਸੰਤਾਂ ਦੇ ਸਹਾਇਕ ਨੇ ਸਾਰਿਆਂ ਦੇ। ਉਹ ਆਪ ਮਾਲਕ ਪਰਮੇਸ਼ਰ ਆਪ ਹੀ ਆਇਆ ਹੋਇਆ ਹੈ। ਇੱਕ ਦੁਆਰੇ ਖੋਜ ਪਿਖਾਪਨ ਖੋਜੇ ਕੋ ਖੋਜਨ ਰੀਤ ਨ ਲਾਇਕ। ਉਹ ਇੱਕ ਵਾਰ ਮੈਂ ਖੋਜ ਚੁੱਕਿਆ ਬੈਠ ਕੇ ਆਪਣੇ ਅੰਦਰ, ਮੈਂ ਗੁਰੂ ਨਾਨਕ ਨੂੰ ਤੱਕ ਚੁੱਕਿਆ ਆਪਣੇ ਹਿਰਦੇ ਦੇ ਵਿੱਚ, ਤੇ ਹੁਣ ਮੈਂ ਦੁਬਾਰਾ ਕੀ ਖੋਜਣ ਜਾਣਾ। ਗੁਰੂ ਨਾਨਕ ਪਾਤਸ਼ਾਹ ਤਾਂ ਮੇਰੇ ਹਿਰਦੇ 'ਚ ਬੈਠੇ ਨੇ, ਉਹ ਤਾਂ ਮੇਰੇ ਮਾਲਕ ਨੇ, ਉਹ ਤਾਂ ਪਰਮੇਸ਼ਰ ਆਪ ਨੇ। ਤਾਈਓ ਬੇਨਤੀ ਕੀਤੀ ਕਿ ਮੰਗਲਨਾਥ ਜੋ ਬ੍ਰਹਮ ਗਿਆਨੀ ਹੈ, ਇਹ ਇੱਕ ਵਾਰੀ ਹੁਣ ਪ੍ਰਾਪਤੀ ਤਾਂ ਕਰ ਚੁੱਕਿਆ ਪਰਮੇਸ਼ਰ ਦੀ, ਤੇ ਗੁਰੂ ਨਾਨਕ ਸਾਹਿਬ ਨੂੰ ਜਾਣਦਾ। ਗੁਰੂ ਨਾਨਕ ਸਾਹਿਬ ਤਾਂ ਇਹਨੂੰ ਦਰਸ਼ਨ ਦਿੰਦੇ ਨੇ, ਕਿਰਪਾ ਕਰਦੇ ਨੇ। ਸਿੱਧ ਗੋਸ਼ਟ ਅੰਦਰ ਇਹਨਾਂ ਦਾ ਚੰਗਾ ਨਾਮ ਆਇਆ। ਆਏ ਸਨਾਹੇ ਉਲੰਘਿਓ ਤੋਰ ਕਹੋ ਤੇ ਜਾਏ ਕਾ ਲਿਆਇਓ ਹਕਾਰੀ। ਹਾਂ ਗੋਰਖ ਜੀ, ਤੁਸੀਂ ਮੇਰੇ ਗੁਰੂ ਹੋ, ਤੁਹਾਡੀ ਆਗਿਆ ਦਾ ਉਲੰਘਣ ਨਹੀਂ ਕਰਦਾ। ਜੇ ਕਹੋਗੇ ਤਾਂ ਮੈਂ ਜਾ ਕੇ ਬੇਨਤੀ ਕਰਕੇ ਲੈ ਆਉਣਾ। ਜਾ ਕੇ ਮਿਲੇ ਤੇ ਕਿਰਥਾਰਤ ਹੋਏਂਗੋ ਜਾਏ ਪਿਖੋ ਮਨ ਆਲ ਸਟਾਰੀ। ਮੈਂ ਤਾਂ ਜਾ ਕੇ ਸਭ ਕੋ ਉੱਥੇ ਹੋਰ ਨਿਹਾਲ ਹੀ ਹੋਣਾ, ਵਧੀਆ ਹੈ। ਮੈਂ ਜਾ ਕੇ ਦਰਸ਼ਨ ਕਰਾਂਗਾ, ਫਿਰ ਉਹਨਾਂ ਨੂੰ ਦੇਖ ਕਰਕੇ ਮੇਰੀ ਸਮਕਾ ਬਿਨਾਂ ਆਲਸ ਕੀਤਿਆਂ ਮੈਂ ਤੇ ਛੇਤੀ ਜਾਵਾਂਗਾ। ਮੈਨੂੰ ਤਾਂ ਗੁਰੂ ਨਾਨਕ ਦੇ ਦਰਸ਼ਨਾਂ ਦੀ ਲਾਲਸਾ ਹੈ। ਮੰਗਲਨਾਥ ਜੀ ਅਨੁਤਾ ਬਿਦਲੇ ਉਪਦੇਸ਼ ਹਮਾਰ ਜੁਤਾਰੀ। ਮੰਗਲਨਾਥ ਜੀ, ਇਸ ਤਰ੍ਹਾਂ ਕਰਨਾ ਆਪਾਂ ਨੇ, ਉਸ ਤਰੀਕੇ ਨਾਲ ਲੈ ਕੇ ਆਓ, ਉਪਦੇਸ਼ ਦਿਓ, ਤਾਂ ਕਿ ਉਹ ਆਪਣਾ ਉਪਦੇਸ਼ ਧਾਰਨ ਕਰ ਲੈਣ। ਮੈਂ ਚਾਹੁੰਦਾ ਕਿ ਉਹ ਸਿੱਧਾ ਵਿਚਾਰ ਆਲਣ ਤੇ ਆਪਣਾ ਜਿਹੜਾ ਪੰਥ ਉਹ ਜਿਆਲਾ ਕਰ ਦੇਣ ਆ ਕੇ। ਆਵਹਿ ਮਾਰਗ ਸਿੱਧਨ ਕੇ ਮੈਂ ਪ੍ਰਕਾਸ਼ ਬੜੋ ਜਸਕਾਰੀ। ਜੇ ਉਹ ਇਸ ਰਸਤੇ ਤੇ ਆ ਜਾਣ ਸਾਡੇ ਸਿੱਧਾਂ ਵਾਲੇ ਤੇ, ਤਾਂ ਆਪਣੇ ਸਿੱਧਾਂ ਦਾ ਬੋਲਬਾਲਾ ਤਿੰਨਾਂ ਲੋਕਾਂ 'ਚ ਹੋ ਜਾਣਾ। ਉਹਨਾਂ ਨੂੰ ਆਪਾਂ ਸਿੱਧ ਬਣਾਉਣਾ ਹੈ। ਮੰਗਲਨਾਥ ਕਹੈ ਪੁਨ ਬੈਨ ਕੋ ਜਾਓ ਨਾ ਬਨੈ ਜਿਵ ਚਾਹੇ ਤੁਮਾਰੀ। ਮੰਗਲਨਾਥ ਜੀ ਕਹਿਣ ਲੱਗੇ, ਐ ਨਹੀਂ ਬਣਨਾ ਉਹਨਾਂ ਨੇ, ਜਿਵੇਂ ਤੁਸੀਂ ਕਹਿੰਦੇ ਹੋ ਨਾ, ਤੇ ਉਹਨਾਂ ਨੂੰ ਆਪਾਂ ਚੇਲਾ ਬਣਾ ਲਵਾਂਗੇ। ਉਹ ਕੋਈ ਛੋਟੀ ਮੋਟੀ ਹਸਤੀ ਥੋੜੀ ਆ ਵੀ ਚੇਲਾ ਬਣਾ ਕੇ ਮੈਂ ਲਿਆਵਾਂਗਾ ਇੱਥੇ ਉਹਨਾਂ ਨੂੰ। ਜੇ ਹਮ ਤੇ ਲਗ ਹੋਵੈ ਸੋ ਤਾਂ ਭਲੇ ਉਪਦੇਸ਼ ਭਲੋ ਅਧਿਕਾਰੀ। ਜਿਹੜਾ ਆਪਣੇ ਤੋਂ ਛੋਟਾ ਹੁੰਦਾ ਉਹ ਉਸੇ ਨੂੰ ਉਪਦੇਸ਼ ਦੇਈਦਾ, ਉਹ ਮੇਰੇ ਤੋਂ ਛੋਟੇ ਥੋੜੀ। ਉਹ ਤਾਂ ਮੇਰਾ ਪਰਮੇਸ਼ਰ ਆ, ਮੇਰੇ ਹਿਰਦੇ 'ਚ ਬੈਠਾ, ਮੈਂ ਇਹਨੂੰ ਕਿਵੇਂ ਉਪਦੇਸ਼ ਦੇ ਸਕਦਾ ਹਾਂ ਜਾ ਕੇ। ਹੋਏ ਜੋ ਦੀਰਘ ਕੈਸੇ ਬਨੈ ਵਿਦ ਹੈ ਵਿਪਰੀਤ ਸਰੀਤ ਵਿਚਾਰੇ। ਹਾਂ, ਜੇ ਦੀਰਘ ਭਾਵ ਹੋਣ ਵੱਡੇ, ਕਿਸ ਵਿਦ ਬਣਾ। ਜਿਹੜਾ ਵੱਡਾ ਹੈ ਉਹਨੂੰ ਜਾ ਕੇ ਐਵੇਂ ਮੈਂ ਉਪਦੇਸ਼ ਕਰਨ ਲੱਗ ਜਾਵਾਂ, ਇਹ ਤਾਂ ਪੁੱਠੀ ਗੱਲ ਹੋ ਜਾਵੇਗੀ। ਜੋ ਪਟ ਬੀਜਨ ਕੀ ਪ੍ਰਕਾਸ਼ ਤੇ ਭਾਨ ਸੁਭਾਵਤ ਸੁਧ ਵਿਚਾ ਬੇਸਾਰੀ। ਜਿਉਂ ਪਟ ਬੀਜਣਾ ਹੁੰਦਾ, ਜਿਹੜਾ ਟਟਾਣਾ ਕਹਿੰਦੇ ਜਿਹਨੂੰ, ਉਹ ਐਵੇਂ ਮਾੜੀ ਜੀ ਚਾਨਣੀ ਜੀ ਕਰਦਾ ਫਿਰਦਾ ਰਹਿੰਦਾ ਰਾਤ ਨੂੰ। ਜਿਉਂ ਪਟ ਬੀਜਨ ਕੇ ਪ੍ਰਕਾਸ਼ ਤੇ ਭਾਨ ਹੁੰਦਾ ਸੂਰਜ। ਜੇ ਟਟਿਆਣਾ ਕਹੇ ਕਿ ਮੈਂ ਸੂਰਜ ਨੂੰ ਛੁਪਾ ਲਵਾਂਗਾ ਆਪਣਾ ਚਾਨਣ ਕਰਕੇ, ਕਹਿੰਦੇ ਉਹ ਅਣਜਾਣ ਬੰਦਾ ਹੈ। ਇਹਦਾ ਮਤਲਬ ਮੈਂ ਉਹ ਗੁਰੂ ਨਾਨਕ ਸਾਹਿਬ ਦੇ ਅੱਗੇ ਟਟਿਆਣੇ ਵਰਗਾ ਹੀ ਹਾਂ,
ਉਹ ਤਾਂ ਸੂਰਜ ਵਰਗੇ ਨੇ, ਮੈਂ ਉਹਨਾਂ ਨੂੰ ਜਾ ਕੇ ਕੀ ਉਪਦੇਸ਼ ਕਰ ਸਕਦਾ। ਗੋਰਖ ਬੈਨ ਭਨੀ ਸੁਨ ਕੈ ਤੁਮ ਹੈ ਸਮਝੀ ਮਤ ਸਿਦਨ ਨਿਆਰੇ। ਗੋਰਖ ਕਹਿਣ ਲੱਗੇ ਤੂੰ ਸਿਆਣਾ, ਤੇਰੇ ਅੰਦਰ ਹੰਕਾਰ ਨਹੀਂ ਹੈ, ਤੂੰ ਸਾਰੇ ਸਿੱਧਿਆਂ ਵਿੱਚੋਂ ਮੈਂ ਜਾਣ ਲਿਆ ਕਿ ਤੇਰੀ ਮਤ ਬਹੁਤ ਸਮਝਦਾਰ ਹੈ। ਧਨ ਤੁਮੈ ਸੁਭ ਜੋਗ ਕੇ ਲਾਇਕ ਹੈ ਮਨ ਤੇ ਜਨਮਾਨ ਵਿਸਾਰੇ। ਮੰਗਲਨਾਥ ਨੂੰ ਕਹਿਣ ਲੱਗੇ ਧੰਨ ਹੋ ਮੰਗਲਨਾਥ ਜੀ ਤੁਸੀਂ, ਤੁਹਾਡੇ ਮਨ 'ਚ ਹੰਕਾਰ ਨਹੀਂ ਹੈ। ਮੈਂ ਤਾਂ ਸਿਰਫ ਸਿੱਧਾਂ ਦੇ ਹੰਕਾਰ ਦੀ ਨਿਵਰਤੀ ਲਈ ਹੋਈ ਗੁਰੂ ਨਾਨਕ ਸਾਹਿਬ ਕੋਲ ਚਰਚਾ ਕਰਨ ਲਈ ਭੇਜ ਦਿੱਤਾ ਹਾਂ। ਜਾਣ ਲਿਓ ਸਭ ਨਾਨਕ ਭੇਦ ਕੋ ਜੈਸੋ ਹੈ ਤੁਮ ਤੈਸੋ ਚਾਰੇ। ਜਾਣ ਲਿਆ ਤੁਸੀਂ ਗੁਰੂ ਨਾਨਕ ਦੇਵ ਦਾ ਭੇਦ, ਉਹ ਜਿਹੇ ਜਿਹੇ ਹਨ ਤੁਸੀਂ ਉਹੋ ਜਿਹੀ ਦੱਸਿਆ, ਪਤਾ ਮੈਨੂੰ ਵੀ ਹੈ। ਮਨ ਕੇ ਬਾਨ ਵਿਦੇ ਸਭ ਸਿੱਧ ਕਰੋ ਵਿਦ ਸੋ ਅਬਿਲਾਖ ਜੋ ਥਾਰੇ। ਸੋ ਇਸ ਕਰਕੇ ਜਿਹੜੇ ਸਾਰੇ ਸਿੱਧ ਨੇ ਹੰਕਾਰ ਦੇ ਤੀਰਾਂ ਨਾਲ ਵਿੰਨੇ ਹੋਏ ਨੇ, ਸਾਰੇ ਸਿੱਧਾਂ ਨੂੰ ਬੜਾ ਹੰਕਾਰ ਹੈ। ਕਰੋ ਵਿਦ ਸੋ ਅਬਿਲਾਖ ਜੋ ਥਾਰੇ। ਅੱਛਾ, ਜੋ ਤੁਹਾਡੇ ਮਨ 'ਚ, ਚਲੋ ਦਰਸ਼ਨ ਹੀ ਕਰ ਆਓ ਜਾ ਕੇ। ਫਿਰ ਦੋਹਰਾ ਕੇਤਕ ਸਮਝਿਓ ਭਰਥਰੀ ਗੋਪੀ ਚੰਦ ਸੋ ਜਾਨ। ਕਿੰਨੇ ਕਿ ਇਹਨਾਂ ਵਿੱਚ ਬ੍ਰਹਮ ਗਿਆਨੀ ਸੀ। ਗੋਪੀ ਚੰਦ ਜੀ, ਭਰਤਰ ਹਰੀ ਜੀ ਪਹਿਲਾਂ ਹੀ ਮਿਲ ਚੁੱਕੇ ਨੇ, ਉਹ ਸਾਰੇ ਸਿਆਣੇ ਹਨ। ਘੁੱਗੂ ਨਾਥ ਨ ਬੋਲਈ ਮੰਗਲ ਨਾਥ ਮਹਾਨ। ਘੁੱਗੂ ਨਾਥ ਵੀ ਬ੍ਰਹਮ ਗਿਆਨੀ ਹੈ, ਇਹ ਵੀ ਸਮਝਦਾਰ ਹੈ, ਔਰ ਮੰਗਲ ਨਾਥ ਵੀ, ਇਹ ਵੀ ਜਾਣਦੇ ਹਨ। ਖੇਸੂ ਪੇਸੂ ਔਰ ਹੈ ਨਹਿ ਗਿਣਤੀ ਤਿਨ ਕੋਏ। ਕਵੀ ਜੀ ਕਹਿੰਦੇ ਖੇਸੂ ਪੇਸੂ ਕਈ ਸਿੱਧ ਨੇ, ਉਹ ਕਈ ਨੌ ਨੇ, ਫਨੀਹਾ ਕਨੀਹਾ ਖੇਸੂ ਪੇਸੂ ਬਥੇਰੇ ਫਿਰਦੇ ਆ ਇੱਥੇ, ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਹੈ ਕੋਈ। ਗੋਰਖ ਅਸਵਿਦ ਬੈਨ ਕਹੈ ਵੈਸੋ ਤੂ ਸਨ ਹੋਏ। ਗੋਰਖ ਇਸ ਤਰ੍ਹਾਂ ਦੇ ਬਚਨ ਕਰਕੇ ਚੁੱਪ ਕਰਕੇ ਬੈਠ ਗਿਆ ਉੱਥੇ। ਉਤ ਜੋ ਕਰਤ ਵਿਚਾਰ ਕੋ ਏਤ ਸ੍ਰੀ ਨਾਨਕ ਸੰਗ। ਉਧਰ ਵਿਚਾਰ ਉਹ ਹੋ ਰਹੀ ਗੋਰਖ ਜੀ ਦੀ ਮੰਗਲਨਾਥ ਹੋਣਾ ਨਾਲ, ਇਧਰ ਗੁਰੂ ਨਾਨਕ ਦੇਵ ਜੀ। ਬੋਲੋ ਮਰਦਾਨਾ ਤਵੈ ਜੜੀਏ ਮੇਰ ਉਤੰਗ। ਭਾਈ ਮਰਦਾਨਾ ਬਾਰ-ਬਾਰ ਕਹਿੰਦੇ ਮਹਾਰਾਜ ਹੁਣ ਤੁਰਨਾ ਔਖਾ ਹੋਇਆ ਪਿਆ, ਸਿੱਧੇ ਹੀ ਉੱਥੇ ਲੈ ਚਲੋ, ਅੱਖਾਂ ਬੰਦ ਕਰੀਏ, ਚਲੋ ਉੱਥੇ ਚੱਲਦੇ ਹਾਂ ਆਪਾਂ। ਕਿਤਕ ਕਾਲ ਬਲੋਕੀਐ ਗਮਨੈ ਬਹਰ ਸਮੇਰਾ। ਕਿੰਨਾ ਕੁ ਸਮਾਂ ਹੋ ਗਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗਮਨੈ ਬਹਰ ਸਮੇਰ। ਫਿਰ ਆਪਾਂ ਚੱਲਦੇ ਹੀ ਹਾਂ ਹੁਣ ਸਮੇਰ ਪਰਬਤ ਤੇ। ਰਹੇ ਸਦ ਆਵਨ ਕਛੂ ਬਾਦਾ ਹੈ ਮਾਨ ਕਨੇਰਾ। ਕਹਿੰਦੇ ਕੋਈ ਨਹੀਂ, ਥੋੜਾ ਹੀ ਸਮਾਂ, ਥੋੜੇ ਜਿਹੇ ਸਿੱਧ ਜਿਨ੍ਹਾਂ ਨੂੰ ਹੰਕਾਰ ਹੈ ਨਾ, ਬਸ ਉਹ ਰਹਿ ਗਏ ਨੇ, ਬਾਕੀਆਂ ਦਾ ਤਾਂ ਨਿਵਰਤ ਹੋ ਗਿਆ। ਉਹਨਾਂ ਥੋੜਿਆਂ ਜਿਹੇ ਨੂੰ ਆ ਲੈਣ ਦਿਓ, ਫਿਰ ਆਪਾਂ ਉਸ ਤੋਂ ਬਾਅਦ ਬਸ ਉੱਥੇ ਜਾ ਕਰਕੇ ਪਹੁੰਚ ਜਾਵਾਂਗੇ। ਫਿਰ ਉਹਨਾਂ ਦੀ ਨਿਵਰਤੀ ਕਰਾਂਗੇ, ਫਿਰ ਉਹਨਾਂ ਨੂੰ ਗਿਆਨ ਦੇਵਾਂਗੇ, ਫਿਰ ਉਹਨਾਂ ਨਾਲ ਸੋਹਣੇ ਵਿਚਾਰ ਕਰਨੇ ਨੇ ਮਹਾਰਾਜ ਨੇ। ਇਸ ਤਰ੍ਹਾਂ ਸੁੰਦਰ ਵਿਚਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਪਾਵਨ ਸੁੰਦਰ ਕਥਾ ਦੇ ਵਿੱਚ। ਸੋ ਸਤਿਗੁਰ ਦੀ ਕਿਰਪਾ ਨਾਲ ਕੱਲ ਵਿਸਾਖੀ ਦਾ ਦਿਹਾੜਾ, ਸਵੇਰ ਦੀ ਕਥਾ ਤਾਂ ਉਸੇ ਸਮੇਂ ਤੇ ਹੋਵੇਗੀ 9 ਤੋਂ 10, ਸ਼ਾਮ ਨੂੰ ਸਿਮਰਨ ਅੰਮ੍ਰਿਤ ਸੰਚਾਰ 5 ਵਜੇ ਪ੍ਰਾਰੰਭ ਹੋਵੇਗਾ। ਜਿਨ੍ਹਾਂ ਨੇ ਛਕਣਾ ਕੇਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਉਹ ਅੰਮ੍ਰਿਤ ਛਕਣ, ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਪਰ ਤਿਆਰ ਹੋਣ। ਤੋ ਐਤਵਾਰ ਫਿਰ ਸੁੰਦਰ ਦੀਵਾਨ ਸਜਣੇ ਨੇ ਵਿਸਾਖੀ ਦੇ। ਤੋ ਇਸੇ ਪ੍ਰਕਾਰ ਫਿਰ ਸੋਮਵਾਰ ਤੋਂ ਆਪਾਂ ਉਸੇ ਤਰ੍ਹਾਂ ਸਵੇਰ ਦੀ ਕਥਾ ਤੇ ਸੋਮਵਾਰ ਸ਼ਾਮ ਨੂੰ ਫਿਰ ਇਹ ਕਥਾ ਸ਼ਰਵਣ ਕਰਾਂਗੇ। ਮੇਰਾ ਵਿਚਾਰ ਹੈ ਕਿ ਪਰਸੋਂ ਵਾਲਾ ਐਤਵਾਰ ਛੱਡ ਕੇ ਉਸ ਤੋਂ ਅਗਲੇ ਐਤਵਾਰ ਤੋਂ ਇਹ ਜਿਹੜੀ ਕਥਾ ਆਪਣੀ ਸ਼ਾਮ ਦੀ ਹੈ, ਐਤਵਾਰ ਸ਼ਾਮ ਨੂੰ ਵੀ ਹੋਇਆ ਕਰੇਗੀ। ਤੋ ਜਿਹੜੇ ਭਰਾ ਪਹੁੰਚ ਸਕਦੇ ਨੇ, ਮਾਈ ਭਾਈ ਸਾਰੇ, ਉਹ ਇੱਥੇ ਪਹੁੰਚ ਕੇ ਸੁਣ। ਛੁੱਟੀ ਦਾ ਦਿਨ ਹੈ, ਨਹੀਂ ਪਹੁੰਚ ਸਕਦੇ, ਇੰਟਰਨੈਟ ਤੇ ਰੇਡੀਓ ਤੇ ਹਮਸਫਰ ਤੇ ਆਉਂਦੀ, ਉੱਥੇ ਸ਼ਰਵਣ ਕਰ ਸਕਦੇ ਨੇ। ਸੋ ਆਪਾਂ ਐਤਵਾਰ ਅਗਲੇ ਤੋਂ ਸ਼ਾਮ ਦੇ ਸਮੇਂ ਤੇ ਇਹ ਕਥਾ ਫਿਰ ਅੱਗੇ ਸਤਿਗੁਰੂ ਦੀ ਕਿਰਪਾ ਨਾਲ ਹੋਰ ਕਰਿਆ ਕਰਾਂਗੇ। ਇੱਕ ਦਿਨ ਹੋਰ ਵੱਧ ਜਾਣਾ, ਮਹਾਰਾਜ ਕਿਰਪਾ ਕਰਨਗੇ। ਆਓ ਸਤਿਗੁਰੂ ਦੇ ਸੁੰਦਰ ਉਪਦੇਸ਼ ਨੂੰ ਆਪਾਂ ਸ਼ਰਵਣ ਕੀਤਾ ਹੈ, ਗੁਰਾਂ ਦਾ ਧਿਆਨ ਧਰ ਕੇ ਫਿਰ ਧੰਨ ਗੁਰੂ ਨਾਨਕ ਦੇਵ ਜੀ ਕਹਿ ਕੇ ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਗੁਰਮੰਤਰ ਦਾ ਅਭਿਆਸ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ